ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਤ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਰਾਗ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਈ। ਏਕ ਹਰੀ ਦਾਸ ਰੂਪ ਗੁਰ ਗੁਰ ਗ੍ਰੰਥ ਪੰਥ ਕੋ ਬੰਦ। ਗ੍ਰੰਥ ਪੰਥ ਪ੍ਰਕਾਸ਼ ਯਹ ਅਬ ਬਰਨੋ ਸੁਖ ਕੰਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਸਤਿਗੁਰੂ ਜੀ ਦੀ ਅਤੀ ਅਪਾਰ ਕਿਰਪਾ ਰਹਿਮਤ। ਗੁਰੂ ਸਾਹਿਬ ਜੀ ਨੇ ਜੋ ਸ਼ਾਮ ਦੇ ਸਮੇਂ ਸਤ ਸੰਗਤ ਦੀਆਂ ਘੜੀਆਂ ਬਖਸ਼ਿਸ਼ ਕੀਤੀਆਂ ਹਨ, ਆਓ ਸਤਿਗੁਰੂ ਦੀ ਕਿਰਪਾ ਸਦਕਾ ਜੋ ਇਤਿਹਾਸ ਦੀ ਕਥਾ ਦਾ ਸਮਾਂ ਹੈ, ਕੱਲ ਤੋਂ ਜੋ ਮਹਾਰਾਜ ਦੀ ਕਿਰਪਾ ਸਦਕਾ ਸਿੱਖ ਕੌਮ ਦੇ ਮਹਾਨ ਵਿਦਵਾਨ ਗਿਆਨੀ ਗਿਆਨ ਸਿੰਘ ਜੀ, ਜਿਨ੍ਹਾਂ ਨੇ ਸ੍ਰੀ ਗੁਰਪੰਥ ਪ੍ਰਕਾਸ਼ ਗ੍ਰੰਥ ਲਿਖਿਆ, ਉਸ ਗੁਰੂ ਪੰਥ ਦਾ ਇਤਿਹਾਸ, ਗੁਰੂ 10 ਪਾਤਸ਼ਾਹੀਆਂ ਦਾ ਸੰਖੇਪ ਔਰ ਪੰਥ ਖਾਲਸੇ ਦਾ ਇਤਿਹਾਸ, ਜੋ ਬਹੁਤ ਹੀ ਪਿਆਰ ਸਤਿਕਾਰ ਦੇ ਨਾਲ ਕਾਵਿ ਰੂਪ ਦੇ ਵਿੱਚ ਲਿਖਿਆ ਹੈ, ਉਹਦੀ ਕਥਾ ਕੱਲ ਤੋਂ ਆਰੰਭ ਹੋਈ ਹੈ। ਕੱਲ ਆਪਾਂ ਜਿਹੜੇ ਮੁੱਖ ਮੰਗਲਾਚਰਨ ਹਨ, ਅਕਾਲ ਪੁਰਖ ਪਰਮੇਸ਼ਰ 10 ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਉਂ ਸਤਿਗੁਰੂ ਪਾਤਸ਼ਾਹ ਜੀ ਦਾ ਭਾਵ ਅਕਾਲ ਪੁਰਖ ਦਾ ਤੇ ਗੁਰੂ ਸਾਹਿਬ 10 ਪਾਤਸ਼ਾਹੀਆਂ ਗੁਰੂ ਗ੍ਰੰਥ ਸਾਹਿਬ ਜੀ ਦਾ ਮੰਗਲ ਉਪਰੰਤ ਵਾਹਿਗੁਰੂ ਸ਼ਬਦ, ਉਸ ਦੀ ਮਹਿਮਾ ਮੰਗਲ ਕੀਤਾ ਹੈ। ਫਿਰ ਜੋ ਕਵੀ ਸੰਕੇਤ ਮਰਜ਼ਾਦਾ ਮੰਗਲ ਹੁੰਦਾ ਹੈ, ਉਹ ਕੁਝ ਐਸੀ ਭਾਵਨਾ ਗਿਆਨੀ ਗਿਆਨ ਸਿਉਂ ਦੀ ਕਿ ਵਿਦਵਾਨ ਹਨ ਭਾਵੇਂ ਗੁਰੂ ਘਰ ਤੇ ਸ਼ਰਧਾ ਬੇਅੰਤ ਹੈ। ਕੱਲ ਆਪਾਂ ਇਹ ਗੱਲ ਸਪਸ਼ਟ ਕਰ ਲਈ ਕਿ ਉਹਨਾਂ ਨੇ ਜੋ ਕਵੀ ਸੰਕੇਤ ਮਰਜ਼ਾਦਾ ਮੰਗਲ ਦੇ ਵਿੱਚ ਗਣੇਸ਼ ਮੰਗਲ ਕੀਤਾ, ਉਹਦਾ ਕਾਰਨ ਕੀ ਹੈ ਉਹ ਵੀ ਆਪਾਂ ਚੰਗੀ ਤਰ੍ਹਾਂ ਸਮਝ ਲਿਆ।
ਤੇ ਦੂਸਰਾ ਮੰਗਲ ਉਹਨਾਂ ਨੇ ਸਰਸਵਤੀ ਦਾ ਕੀਤਾ, ਸ਼ਾਰਦਾ ਦਾ। ਜਿਵੇਂ ਭਾਈ ਸੰਤੋਖ ਸਿੰਘ ਜੀ ਨੇ ਵੀ ਇਸ ਮੰਗਲ ਦੀ ਵਰਤੋਂ ਬਹੁਤ ਕੀਤੀ ਹੈ, ਕਿਉਂਕਿ ਜਿਵੇਂ ਗਣੇਸ਼ ਮੰਗਲ ਆਪਾਂ ਸਮਝਿਆ ਹੈ, ਗਣੇਸ਼ ਪੂਜਾ ਦਾ ਕਾਰਨ ਹਿੰਦੂ ਧਰਮ ਦੇ ਵਿੱਚ ਕੀ ਹੈ ਕਿ ਉਹ ਸਭ ਤੋਂ ਪਹਿਲਾਂ ਮੰਗਲ ਕਰਦੇ ਨੇ, ਲੇਕਿਨ ਗਿਆਨੀ ਗਿਆਨ ਸਿੰਘ ਜੀ ਨੇ ਉਹ ਤੀਜੇ ਥਾਂ ਤੇ ਕੀਤਾ, ਇਸ ਕਰਕੇ ਕਿ ਕੋਈ ਵੀ ਗੈਰ ਸਿੱਖ ਵੀ ਗੁਰੂ ਕਾ ਇਤਿਹਾਸ ਪੜ੍ਹੇ ਤੇ ਉਹ ਇਹ ਦੋਸ਼ ਨਾ ਦੇਵੇ ਕਿ ਇਹਦੇ ਵਿੱਚ ਇਹ ਦੋਸ਼ ਹੈ ਕਿ ਇਹਦੇ ਮਰਜ਼ਾਦਾ ਨਹੀਂ ਪੂਰੀ ਕੀਤੀ। ਤੋ ਮਰਜ਼ਾਦਾ ਤਹਿਤ ਜਿੱਥੇ ਕਵੀ ਜਨ ਗਣੇਸ਼ ਮੰਗਲ ਕੋਈ ਗ੍ਰੰਥ ਆਰੰਭ ਵਾਸਤੇ ਕਰਦੇ ਨੇ, ਉੱਥੇ ਜਿਹੜੇ ਕਵੀ ਨੇ ਉਹ ਸਰਸਵਤੀ ਸ਼ਾਰਦਾ ਮੰਗਲ ਵੀ ਕਰਦੇ ਆ ਕਿ ਜਿਹੜਾ ਸਰਸਵਤੀ ਮੰਗਲ ਕਿਉਂ ਕੀਤਾ ਜਾਂਦਾ ਹੈ ਸਿੱਖ ਧਰਮ ਤੋਂ ਬਿਨਾਂ ਤੇ ਇੱਕ ਦੇਵੀ ਰੂਪ ਵਿੱਚ, ਕਿ ਜਿਹੜੀ ਰਸਨਾ ਦੇ ਉੱਤੋਂ ਉਹਨੂੰ ਵਿਦਿਆ ਦਾਤੀ ਮੰਨ ਕੇ ਕਾਵ ਕਵਿਤਾ ਫੁਰਦੀ ਰਹੇ, ਕਿਉਂਕਿ ਜਿਹੜਾ ਕੋਮਲ ਹੈ ਨਾ, ਕੋਮਲ ਹੁਨਰ ਹੈ, ਉਹ ਗੁਰਮੁਖੋ ਮਨ ਤੇ ਬੁੱਧੀ ਦੀ ਪੂਰਨ ਇਕਾਗਰਤਾ ਤੋਂ ਜਨਮ ਲੈਂਦਾ ਹੈ। ਔਰ ਇਹ ਜਿਹੜੀ ਇਕਾਗਰਤਾ ਹੈ ਕਦੇ ਜਾਣੇ ਕਦੇ ਅਣਜਾਣੇ ਕਿਸੇ ਵਿਰਲੇ ਮਨੁੱਖ ਦੇ ਵਿੱਚ ਆ ਕੇ ਵਾਪਰਦੀ ਹੈ। ਔਰ ਇਸ ਬਹੁਤ ਜ਼ਿਆਦਾ ਡੂੰਘੀ ਇਕਾਗਰਤਾ ਦੇ ਵਿੱਚ ਕਈ ਵਾਰੀ ਆਪਣੇ ਆਪੇ ਦਾ ਵੀ ਝਲਕਾਰਾ ਪ੍ਰਾਣੀ ਨੂੰ ਪੈ ਜਾਂਦਾ ਹੈ। ਐਸੀ ਅਕਾਇ ਅਵਸਥਾ ਹੈ, ਇਹਦਾ ਜਿਹੜਾ ਫਿਰ ਕੋਈ ਰਸ ਮਾਣਦੇ ਨੇ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਇਹ ਅਵਸਥਾ ਜਿਹੜੀ ਹੈ ਜਦੋਂ ਹਟਦੀ ਹੈ, ਹਟਣ ਲੱਗਿਆਂ ਮਨ ਤੇ ਬੁੱਧੀ ਹੈ ਜੋ ਇਹਦੇ ਤੇ ਆਪਣਾ ਪ੍ਰਭਾਵ ਜ਼ਰੂਰ ਛੱਡਦੀ ਹੈ। ਉਹ ਤੋਂ ਜਿਵੇਂ ਕੋਮਲ ਹੁਨਰ ਹੈ, ਜਿਵੇਂ ਕਿ ਕਾਵ ਆ ਗਿਆ, ਕਾਵ ਕਵਿਤਾਵਾਂ ਕਾਵ ਰੂਪ ਦੇ ਵਿੱਚ, ਜਾਂ ਦੂਸਰਾ ਸੰਗੀਤ ਹੈ, ਫਿਰ ਚਿੱਤਰਕਾਰੀ ਹੈ, ਕੋਈ ਮੂਰਤ ਘਾੜੀ ਹੈ। ਇਉਂ ਉਹ ਜਿੰਨਾ ਕਿਸੇ ਦੇ ਤੇ ਕਿਰਪਾ ਹੈ ਨਾ, ਆਪਣੇ ਅਸਲੀ ਸੁੰਦਰ ਉੱਤਮ ਰੂਪ ਦੇ ਵਿੱਚ ਜਨਮ ਲੈਂਦੇ ਆ। ਹਰ ਇੱਕ ਨੂੰ ਇਹ ਦਾਤ ਪ੍ਰਾਪਤ ਨਹੀਂ ਹੁੰਦੀ ਹੈ। ਕੋਈ ਜੇ ਕਹੇ ਵੀ ਹਰੇਕ ਹੀ ਕਵੀ ਬਣ ਜਾਊਗਾ, ਹਰ ਇੱਕ ਨਹੀਂ ਬਣ ਸਕਦਾ। ਹਰੇਕ ਕੋਈ ਚਿੱਤਰਕਾਰ ਨਹੀਂ ਬਣ ਸਕਦਾ, ਕੋਈ ਸੰਗੀਤਕਾਰ ਨਹੀਂ ਬਣ ਸਕਦਾ, ਮੂਰਤ ਘਾੜਾ ਵੀ ਹਰੇਕ ਨਹੀਂ ਬਣ ਸਕਦਾ ਹੈ। ਤੋ ਕਹਿਣ ਦਾ ਭਾਵ ਹੈ ਕਿ ਇਹ ਵੀ ਤਾਂ ਇੱਕ ਡੂੰਘੀ ਇਕਾਗਰਤਾ ਦੀ ਲੋੜ ਹੁੰਦੀ ਹੈ। ਜਿਹੜੇ ਪ੍ਰਾਚੀਨ ਕਵੀ ਨੇ ਉਹਨਾਂ ਨੇ ਫਿਰ ਵਾਚ ਜਾਂ ਵਾਕ ਦਾ ਨਾਮ ਦਿੱਤਾ। ਵਾਚ ਨੂੰ ਇਹ ਕਹਿ ਲਈਏ ਵੇਦਾਂ ਦੀ ਮਾਂ ਕਿਹਾ। ਇਹ ਸੀ ਪਹਿਲਾਂ ਪਹਿਲ ਨਾਂ ਦਿਸਣ ਵਾਲੀ ਇੱਕ ਸ਼ਕਤੀ ਮੰਨੀ ਜਾਂਦੀ ਸੀ, ਤੇ ਹੌਲੀ ਹੌਲੀ ਫਿਰ ਇਹਨੂੰ ਕੋਈ ਵਿਅਕਤੀ ਰੂਪ ਦੇ ਵਿੱਚ ਦੇਵੀ ਆਖਿਆ ਜਾਣ ਲੱਗਿਆ। ਇਹ ਜਦੋਂ ਆਰੀਆ ਕੁਲ ਦੇ ਵੱਡ ਵਡੇਰੇ ਜਿਹੜੇ ਐ ਇੱਥੇ ਉੱਤਰ ਪੱਛਮ ਸਰਹੱਦਾਂ ਨੂੰ ਪਾਰ ਕਰਕੇ ਭਾਰਤ ਵਰਸ਼ ਦੇ ਵਿੱਚ ਦਾਖਲ ਹੋਏ ਨੇ, ਤਾਂ ਉਹ ਪਹਿਲਾਂ ਪਹਿਲ ਜਿਹੜੀ ਸਰਸਵਤੀ ਨਦੀ ਸੀ, ਉਹ ਨਦੀ ਦੇ ਕਿਨਾਰੇ ਉੱਤੇ ਬੈਠੇ ਤੇ ਬਹੁਤ ਵਿਦਿਅਕ ਤਰੱਕੀ ਵੀ ਹੋਈ। ਔਰ ਇਸ ਨਦੀ ਦੇ ਕਿਨਾਰੇ ਵੇਦਾਂ ਦਾ ਜਨਮ ਹੋਇਆ, ਵੇਦ ਲਿਖਤ ਹੋਏ। ਇਸ ਕਰਕੇ ਉਹਨਾਂ ਨੇ ਪਹਿਲਾਂ ਇਹ ਸਰਸਵਤੀ ਨਦੀ ਨੂੰ ਇੱਕ ਪਵਿੱਤਰ ਨਦੀ ਮੰਨਿਆ, ਕਿਉਂਕਿ ਇਹਦੇ ਕਿਨਾਰੇ ਬੈਠੇ ਸੀ। ਇੱਥੇ ਬਹੁਤ ਲਿਖਤਾਂ ਹੋਈਆਂ, ਇਸ ਕਰਕੇ ਇਹ ਸਮਾਂ ਪਾ ਕਰਕੇ ਇਹ ਸਰਸਵਤੀ ਨੂੰ ਕਵਿਤਾ ਦਾ ਪ੍ਰਭਾਵ ਪਾਉਣ ਵਾਲੀ ਦੇਵੀ ਦੇ ਰੂਪ ਵਿੱਚ ਮੰਨਣਾ ਸ਼ੁਰੂ ਕਰ ਦਿੱਤਾ। ਸਮਾਂ ਪਾ ਕੇ ਵਾਚ ਤੇ ਸਰਸਵਤੀ ਇੱਕ ਰੂਪ ਮੰਨੀਆਂ ਜਾਣ ਲੱਗ ਪਈਆਂ। ਜਿਹੜੇ ਰਿਸ਼ੀ ਲੋਕ ਸਨ ਉਹ ਸਰਸਵਤੀ ਨੂੰ ਵਿਦਿਆ ਦੀ, ਕਵਿਤਾ ਦੀ ਦਾਤੀ ਮੰਨਣ ਲੱਗ ਪਏ। ਇੱਕ ਜਿਹੜੀ ਸਰਸਵਤੀ ਹੈ ਇਹ ਅਗੰਮ ਬੁੱਧੀ ਦੇਣ ਵਾਲੀ ਹੈ, ਇਹ ਕਵਿਤਾ ਦਾ ਇਲਹਾਮ ਜਿਹੜਾ ਹੈ ਉਹ ਦੇਣ ਵਾਲੀ ਹੈ। ਇਸ ਕਰਕੇ ਉਹ ਵੀ ਕਥਾ ਜਿਹੜੀ ਹੈ ਗ੍ਰੰਥਾਂ ਵਿੱਚ, ਇਹ ਪੁਰਾਣੇ ਗ੍ਰੰਥਾਂ ਜਿਹੜੇ ਸਨਾਤਨ ਵਿੱਚ ਮਿਲਦੀ ਹੈ ਕਿ
ਜਿਹੜੀ ਅਰਸ਼ਾਂ ਤੇ ਵਸਦੀ ਹੋਈ ਸਰਸਵਤੀ ਹੈ, ਇੱਕ ਵਾਰੀ ਕੋਈ ਭਾਰਤ ਮੁਨੀ ਤੇ ਉਤਰੀ ਤੇ ਮਨੁੱਖ ਨੂੰ ਅੱਖਰ ਗਿਆਨ ਬੋਲੀ ਦੇ ਨਾਲ ਇਹਨੇ ਸ਼ਿੰਗਾਰਿਆ, ਇਸ ਕਰਕੇ ਇੱਕ ਨਾਮ ਭਾਰਤੀ ਵੀ ਹੋ ਗਿਆ ਹੈ। ਤੋਂ ਸੰਸਕ੍ਰਿਤ ਵਿਦਿਆ ਵੀ ਇਹ ਕਿਹਾ ਜਾਂਦਾ ਕਿ ਅੱਗੇ ਤੁਰੀ ਹੈ। ਤੋਂ ਸ਼ਾਰਦਾ ਵੀ ਫਿਰ ਉਸੇ ਦਾ ਹੀ ਨਾਮ ਪੈ ਗਿਆ, ਵਿਦਿਆ ਦਾ ਤਤ ਦਾਨ ਕਰਨ ਵਾਲੀ। ਵੱਖ-ਵੱਖ ਰੂਪ ਦੇ ਵਿੱਚ ਜਿਹੜੇ ਫਿਰ ਕਵੀ ਸਨ, ਉਹਨਾਂ ਨੇ ਜਦੋਂ ਵੀ ਕੋਈ ਮਹਾਕਾਵ ਜਾਂ ਕਵਿਤਾਵਾਂ ਲਿਖੀਆਂ ਨੇ, ਭਾਵੇਂ ਉਹ ਕਿਸੇ ਮਜ਼ਹਬ ਦਾ ਹੈ, ਉਹ ਫਿਰ ਸ਼ਾਰਦਾ ਦਾ ਜਿਹੜਾ ਹੈ ਮੰਗਲ ਕਰਨ ਲੱਗ ਪਏ। ਹਰ ਸੰਪਰਦਾ ਦੇ ਕਵੀਆਂ ਨੇ, ਹਰ ਮਜ਼ਹਬ ਫਿਰਕਾ, ਭਾਵੇਂ ਕਿ ਉਹ ਕਵੀਆਂ ਦਾ ਇਸ਼ਟ ਦੇਵ ਰੂਪ ਕਰਕੇ ਨਹੀਂ ਮੰਨੀ ਹੈ। ਇਸ਼ਟ ਦੇਵ ਤਾਂ ਤੁਸੀਂ ਸਮਝਦੇ ਹੋ, ਕੱਲ ਜਿਵੇਂ ਇਸ਼ਟਾਪਤੀ ਮੰਗਲ ਹੋ ਗਿਆ ਇਸ਼ਟ ਦੇ ਪ੍ਰਤੀ, ਉਹ ਤਾਂ ਹੁਣ ਜਿਵੇਂ ਆਪਾਂ ਸਿੱਖ ਧਰਮ ਦੇ ਵਿੱਚ ਅਕਾਲ ਪੁਰਖ ਤੇ ਅਕਾਲ ਪੁਰਖ ਦਾ ਹੀ ਸਰੂਪ 10 ਪਾਤਸ਼ਾਹੀਆਂ ਔਰ ਅੱਗੇ ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ, ਗੁਰੂ ਕਾ ਪੰਥ, ਇਸ ਨੂੰ ਹੀ ਇਉਂ ਜਾਣਦਾ ਹੈ ਸਿੱਖ। ਲੇਕਿਨ ਉਹ ਇੱਕ ਮਰਜ਼ਾਦਾ ਜਦੋਂ ਕੋਈ ਬਣ ਜਾਵੇ ਨਾ, ਕਵੀਆਂ ਦੀ ਕਾਵ ਸੰਕੇਤ ਮਰਜ਼ਾਦਾ, ਉਹ ਜਿਵੇਂ ਭਾਈ ਸੰਤੋਖ ਸਿੰਘ ਜੀ ਨੇ ਵੀ ਫਿਰ ਇਸ ਮਰਜ਼ਾਦਾ ਦਾ ਪਾਲਣ ਕਰਦਿਆਂ ਹੋਇਆਂ ਕਿ ਕੋਈ ਮੇਰੇ ਤੇ ਕਿਉਂਕਿ ਦੋਸ਼ ਨਾ ਦੇ ਦੇਵੇ। ਇੱਕ ਤਾਂ ਹੁੰਦਾ ਸਿੱਖੀ ਪੱਖ, ਸਿੱਖੀ ਪੱਖ ਦੇ ਵਿੱਚ ਇਹ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਪੂਜਾ ਔਰ ਗੁਰੂ ਮਹਾਰਾਜ 10 ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ ਦਾ ਸਰਗੁਣ ਸਰੂਪ ਹੈ। ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਸਤਿਕਾਰ, ਇਹੀ ਮਾਨਤਾ ਸਿੱਖੀ ਵਿੱਚ। ਲੇਕਿਨ ਕੁਝ ਕਵੀ ਐਸੇ ਹੋਏ ਹੈ ਜਿਨ੍ਹਾਂ ਤੇ ਸਮਾਜਿਕ ਤੌਰ ਤੇ ਵੀ ਕੁਝ ਗੱਲਾਂ ਦਾ ਪ੍ਰਭਾਵ ਹੈ ਕਿ ਭਾਵਨਾ ਇਹ ਹੋ ਗਈ ਕਿ ਕੋਈ ਹੋਰ ਵੀ ਤੇ ਪੜ੍ਹੇਗਾ ਨਾ। ਕੋਈ ਕਾਵ ਰਚਨਾ ਹੁੰਦੀ ਹੈ, ਕਵਿਤਾ ਨੂੰ ਵੱਡੇ ਵੱਡੇ ਕਵੀ ਜਿਹੜੇ ਹੈ ਉਹ ਪੜ੍ਹਦੇ ਨੇ। ਇਸ ਕਰਕੇ ਫਿਰ ਉਹ ਮਰਜ਼ਾਦਾ ਰੂਪ, ਕੱਲ ਨੂੰ ਕੋਈ ਕਵੀ ਇਹ ਨਾ ਕਹੇ ਕਿ ਆਹ ਮਰਜ਼ਾਦਾ ਨਹੀਂ ਪੂਰੀ ਕੀਤੀ, ਤਾਂ ਅੱਗੇ ਭਾਈ ਇਹ ਦੂਸਰਾ ਹੈ। 2 ਕਾਵਕ ਸੰਕੇਤ ਮੰਗਲ ਕੀਤੇ ਨੇ। ਪਹਿਲਾ ਕਵੀ ਸੰਕੇਤ ਮੰਗਲ ਜਿਹੜਾ ਹੈ ਕਾਵ ਸੰਕੇਤ, ਉਹ ਕੀਤਾ ਹੈ ਗਿਆਨੀ ਗਿਆਨ ਸਿੰਘ ਜੀ ਨੇ ਗਣੇਸ਼ ਰੂਪ ਦੇ ਵਿੱਚ, ਪਰ ਉਹਨੂੰ ਇਸ਼ਟ ਰੂਪ ਨਹੀਂ ਮੰਨਿਆ। ਇਹ ਗੱਲ ਵੀ ਜਾਣਨੀ ਹੈ, ਇਸ਼ਟ ਰੂਪ ਅਕਾਲ ਪੁਰਖ 10 ਪਾਤਸ਼ਾਹੀਆਂ। ਇਸ ਕਰਕੇ ਪਹਿਲਾ ਮੰਗਲ ਅਕਾਲ ਪੁਰਖ 10 ਪਾਤਸ਼ਾਹੀਆਂ ਦਾ, ਗੁਰੂ ਪੰਥ ਦਾ ਤੇ ਫਿਰ ਵਾਹਿਗੁਰੂ ਸ਼ਬਦ ਦਾ। ਤੀਜੇ ਜਗ੍ਹਾ ਤੇ ਜਾ ਕੇ ਇੱਕ ਸੰਕੇਤ ਮਰਜ਼ਾਦਾ ਰੂਪ ਦੇ ਵਿੱਚ ਮੰਗਲ ਕਰ ਦਿੱਤਾ, ਵੀ ਮਰਜ਼ਾਦਾ ਵੀ ਰੱਖ ਲਈ ਕਵੀਆਂ ਵਾਲੀ, ਤੇ ਉਹ ਗਣੇਸ਼ ਰੂਪ ਦੇ ਵਿੱਚ ਮੰਗਲ ਕਰਤਾ। ਹੁਣ ਅੱਗੇ ਸ਼ਾਰਦਾ ਰੂਪ ਦੇ ਵਿੱਚ ਫਿਰ ਮੰਗਲ ਕਰਦੇ ਨੇ। ਸੰਕੇਤਕ ਮਰਜ਼ਾਦਾ ਮੰਗਲ ਇਹਨੂੰ ਕਿਹਾ ਜਾਂਦਾ ਹੈ। ਹਰ ਇੱਕ ਚਲੋ ਨਹੀਂ, ਆਮ ਨਹੀਂ ਪਤਾ, ਸਮਝ ਨਹੀਂ ਆਉਂਦੀ। ਜਿਹੜੇ ਕਵੀ ਆ ਉਹ ਇਹਨਾਂ ਗੱਲਾਂ ਨੂੰ ਸਮਝਦੇ ਹਨ। ਆਓ ਹੁਣ ਅੱਗੇ ਪਿਆਰ ਸਤਿਕਾਰ ਨਾਲ ਜਿਹੜੇ ਮੰਗਲ ਹੈ ਉਹ ਸ਼ੁਰੂ ਹੋਣ ਲੱਗੇ। ਫਿਰ 10 ਪਾਤਸ਼ਾਹੀਆਂ ਦੇ ਮੰਗਲ ਇਸ਼ਟ ਰੂਪ ਦੇ ਵਿੱਚ ਭਾਈ ਗਿਆਨੀ ਸੰਤੋਖ ਸਿੰਘ ਜੀ ਕਰਨਗੇ। ਪਿਆਰ ਸਤਿਕਾਰ ਨਾਲ ਅੱਗੇ ਕਥਾ ਸਰਵਣ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਸਸ ਸਾਰਦ ਪਾਰਦ ਕੁੰਦ ਮਨਿੰਦ। ਸਸ ਸਾਰਦ, ਸਾਰਦ ਕਹਿੰਦੇ ਨੇ ਸਰਦ ਰੁੱਤ ਨੂੰ। ਸਸ ਨਾਮ ਹੈ ਚੰਦਰਮਾ। ਜਿਵੇਂ ਸਰਦੀ ਦੇ ਮਹੀਨੇ ਵਿੱਚ, ਠੰਡ ਦੇ ਵਿੱਚ ਚੰਦਰਮਾ ਆਕਾਸ਼ ਵਿੱਚ ਬਹੁਤ ਜ਼ਿਆਦਾ ਚਮਕਦਾ ਹੁੰਦਾ ਹੈ। ਇਸ ਤਰ੍ਹਾਂ ਪਾਰਦ ਨਾਮ ਹੈ ਪਾਰੇ ਦਾ। ਕੁੰਦ ਕਹਿੰਦੇ ਨੇ ਇੱਕ ਫੁੱਲ ਹੈ, ਜਿਵੇਂ ਆਪਾਂ ਗੁਲਾਬ ਦਾ ਫੁੱਲ ਕਹਿੰਦੇ ਆ, ਚਮੇਲੀ ਫੁੱਲ ਕਹਿੰਦੇ, ਇੱਕ ਮਰਤਬਾਨ ਫੁੱਲ ਕਿਹਾ ਜਾਂਦਾ ਹੈ। ਮਨਿੰਦ ਕਹਿੰਦੇ ਹਨ ਉਸ ਵਰਗਾ। ਤੋ ਗਿਆਨੀ ਗਿਆਨ ਸਿੰਘ ਜੀ ਕਾਵਕ ਸੰਕੇਤਕ ਮੰਗਲ ਇੱਥੇ ਮਰਜ਼ਾਦਾ ਤਹਿਤ ਕਰ ਰਹੇ ਨੇ ਕਿ ਭਾਈ ਜਿਸ ਸਰਸਵਤੀ ਨੇ ਸਰਦ ਰੁੱਤ ਦੇ ਚੰਦਰਮਾ, ਫਿਰ ਪਾਰਾ ਤੇ ਮਰਤਬਾਨ ਦੇ ਫੁੱਲ ਵਰਗਾ ਆਨੰਦ ਬੁਲੰਦ ਸਰੂਪ ਧਰੇ, ਐਸਾ ਜੀ ਨੇ ਬਹੁਤ ਹੀ ਵਡਿਆਈ ਜੋਗ, ਉਸਤਤ ਜੋਗ, ਬੁਲੰਦ ਨਾਮ ਉੱਚਾ ਵੱਡਾ, ਇੱਕ ਭਾਵ ਭਾਰੀ ਉਸਤਤ ਦੇ ਜੋਗ ਸਰੂਪ ਜਿਹੜਾ ਹੈ
ਉਹ ਧਾਰਿਆ ਹੈ। ਭੁਜ ਦੰਡ ਪ੍ਰਚੰਡ ਸੋ ਮੰਡਤ ਬੀਨ। ਫਿਰ ਮੰਡਤ ਬੀਨ ਦਾ ਭਾਵ ਹੈ ਬੀਨ ਨਾਲ ਸਜਿਆ ਹੋਇਆ। ਭੁਜ ਦੰਡ, ਭੁਜ ਦੰਡ ਕਹਿੰਦੇ ਨੇ ਜਿਵੇਂ ਬਾਹਾਂ ਦੇ ਡੋਲੇ, ਇਹਨੂੰ ਕਹਿੰਦੇ ਆ ਭੁਜ ਦੰਡ। ਪ੍ਰਚੰਡ ਕਹਿੰਦੇ ਨੇ ਤਿੱਖੇ ਨੂੰ, ਪ੍ਰਚੰਡ ਕਹਿੰਦੇ ਆ ਬਲਵਾਨ ਨੂੰ। ਜਿਹਦੀਆਂ ਬਾਹਾਂ ਜਿਹੜੀਆਂ ਨੇ ਉਹ ਬਹੁਤ ਤਕੜੇ ਬਲਵਾਨ ਡੋਲੇ ਜਿਹੜੇ ਐ। ਕਿਉਂਕਿ ਸਰਸਤੀ ਕੋਲ ਇੱਕ ਸਾਜ਼ ਮੰਨਿਆ ਗਿਆ ਵੀਣਾ, ਉਹ ਵੀਣਾ ਨਾਲ ਸਜੇ ਹੋਏ ਹਨ। ਅਖੰਡ ਜਸੈ ਬ੍ਰਹਮੰਡ ਭਰੇ। ਇੱਕ ਅਖੰਡ ਕਹੀਏ ਲਗਾਤਾਰ, ਜਿਹੜਾ ਅਖੰਡਤ ਨਹੀਂ ਹੋ ਸਕਦਾ। ਅਖੰਡ ਜਸੈ, ਜਿਹਦੇ ਅਖੰਡ ਜਸ, ਲਗਾਤਾਰ ਜਸ ਦੇ ਨਾਲ ਬ੍ਰਹਮੰਡ ਭਰੇ, ਸਾਰਾ ਬ੍ਰਹਮੰਡ ਭਰਿਆ ਹੋਇਆ ਹੈ। ਰਿਖ ਮਾਨਵ ਦਾਨਵ ਦੇਵ ਅਦੇਵ, ਜਿਹਨੂੰ ਰਿਖੀ ਮੁਨੀ ਮਨੁੱਖ ਦੇਵਤੇ ਤੇ ਆਦਿਕ ਧਿਆਏ ਜਿਸੈ ਬਰ ਬੈਨ ਰਰੇ। ਕਿਉਂ ਦੈਂਤ ਇਤਿਆਦਿਕ ਸਾਰੇ ਭਾਈ ਧਿਆਉਂਦੇ ਨੇ, ਚੰਗੇ ਬਚਨ ਉਚਾਰਦੇ ਹਨ। ਬਹੁ ਸਾਰਸਵਤੀ ਕੁਮਤੀ ਹਰ, ਕਹਿੰਦੇ ਉਹ ਸਰਸਤੀ ਜਿਹੜੀ ਹੈ ਮੇਰੀ ਖੋਟੀ ਮੱਤ ਨੂੰ ਦੂਰ ਕਰਕੇ ਦੈ ਸੁਮਤੀ ਰਸਨਾ ਪਰਬਾਸ ਕਰੇ। ਐਸੀ ਸ੍ਰੇਸ਼ਟ ਮੱਤ ਦੇ ਕੇ ਉਹ ਆਪ ਹੀ ਮੇਰੀ ਰਸਨਾ ਦੇ ਉੱਤੇ ਜਿਹੜਾ ਵਾਸਾ ਕਰ ਲਵੇ। ਰਸਨਾ ਪਰਬਾਸ ਕਰੇ, ਰਸਨਾ ਦੇ ਉੱਤੇ ਵਾਸਾ ਕਰ ਲੇ, ਤਾਂ ਕਿ ਗੁਰੂ ਦੀ ਉਪਮਾ ਵਿੱਚ, ਗੁਰੂ ਪੰਥ ਦੀ ਉਪਮਾ ਵਿੱਚ ਜੋ ਮੈਂ ਇਹ ਕਾਵਕ ਰਚਨਾ ਲਿਖਣ ਲੱਗਿਆ ਦੇ ਵਿੱਚ ਕੋਈ ਵੀ ਵਿਘਨ ਨਾ ਹੋਵੇ। ਇਹ ਲਗਾਤਾਰ ਮੈਂ ਆਪਣੇ ਗੁਰੂ ਦੀ ਉਸਤਤੀ ਕਰਦਾ ਰਹਾ। ਤੋ ਇਹ ਗੱਲ ਸਾਡੇ ਸਾਹਮਣੇ ਇੱਕ ਆ ਗਈ ਹੈ। ਪਿੱਛੇ ਵੀ ਚੰਗੀ ਤਰ੍ਹਾਂ ਇਹ ਗੱਲ ਸਮਝੀ, ਕੱਲ ਵੀ ਸਮਝੀ ਹੈ ਕਿ ਕਵੀ ਭਾਵੇਂ ਕਿਸੇ ਮਜ਼ਹਬ, ਕਿਸੇ ਫਿਰਕੇ, ਕਿਸੇ ਧਰਮ ਨਾਲ ਸੰਬੰਧ ਰੱਖਦਾ ਹੈ, ਪਰ ਇੱਕ ਗੱਲ ਕਿ ਉਹਨੇ ਆਪਣੀ ਉੱਤਮ ਕਾਵਕ ਰਚਨਾ ਜਿਹੜੀ ਹੈ, ਇਹ ਜਿਹੜਾ ਹੈ ਇਹਨੂੰ ਚੰਗਾ ਜਾਣ ਕਰਕੇ ਕਿ ਉੱਤਮ ਕਾਵਕ ਰਚਨਾ ਹੈ, ਇਹਨੂੰ ਕਿਹਾ ਜਾਂਦਾ ਆਵੇਸ਼ਕ ਦਸ਼ਾ। ਇਹਨੂੰ ਅਨੁਭਵ ਕੀਤਾ ਆਵੇਸ਼ ਨੂੰ, ਜਿਹੜਾ ਅਦਿੱਖ ਸੰਸਾਰ ਹੈ ਨਾ, ਇਹ ਨਾਂ ਦਿਸਣ ਵਾਲਾ ਸੰਸਾਰ ਹੈ, ਉਹਦੇ ਵਿੱਚੋਂ ਰੂਹਾਨੀ ਕੋਈ ਵਿਅਕਤੀ ਜਾਣਿਆ ਤੇ ਇਹਨੂੰ ਅੱਡ-ਅੱਡ ਰੂਪ ਦੇ ਵਿੱਚ ਜਿਹੜਾ ਹੈ ਉਹ ਕਿਸੇ ਨੇ ਕਲਪਤ ਕਰ ਲਿਆ, ਕਿਸੇ ਨੇ ਉਹਨੂੰ ਮੂਰਤੀ ਬਣਾ ਕੇ ਦੇਵੀ ਰੂਪ ਵਿੱਚ ਕਲਪ ਲਿਆ। ਤੇ ਇੱਥੇ ਸਵੱਛ ਬੁੱਧੀ ਦੀ ਗੱਲ ਆ ਗਈ ਹੈ। ਗੱਲ ਇੰਨੀ ਹੋਈ ਹੈ, ਸਵੱਛ ਬੁੱਧੀ ਹੁਣ ਜੇ ਪਵਿੱਤਰ ਨਿਰਮਲ ਬੁੱਧ ਹੋਵੇਗੀ, ਜੇ ਬੁੱਧੀ 'ਚ ਹੀ ਮੈਲ ਆ, ਵਿਕਾਰ ਨੇ, ਤਾਂ ਕੁਦਰਤੀ ਹੈ ਉਹ ਜੀ। ਹੁਣ ਜਿਨ੍ਹਾਂ ਦੀ ਕਵਿਤਾਵਾਂ ਤਾਂ ਬਹੁਤ ਰਚੀਆਂ ਜਾਂਦੀਆਂ, ਹੁਣ ਜਿਨ੍ਹਾਂ ਦੀ ਬੁੱਧੀ 'ਚ ਭਾਈ ਕਾਮ ਪ੍ਰਧਾਨ ਹੈ, ਉਹ ਉਹੇ ਜਿਹੇ ਗਾਣੇ ਲਿਖਣਗੇ। ਇਸਤਰੀ ਦੇ ਉੱਤੇ ਲਿਖਦੇ ਆ, ਕਿੰਨੇ ਗਾਣੇ ਗਾਈ ਜਾਂਦੇ ਆ। ਜਿਨ੍ਹਾਂ ਦੀ ਬੁੱਧੀ ਤੇ ਕ੍ਰੋਧ ਪ੍ਰਧਾਨ ਹੈ, ਉਹ ਫਿਰ ਕੀ ਹੈ, ਉਹੋ ਜਿਹੇ ਗਾਣੇ ਲਿਖਣਗੇ। ਚੱਕ ਲੋ ਗੰਡਾਸੇ, ਲੜਾਈ ਕਰਨੀ, ਉਹ ਕਰਨਾ, ਇਹੋ ਜਿਹੇ ਗਾਣੇ ਨਹੀਂ ਆਉਂਦੇ ਗਾਇਕਾਂ ਦੇ। ਇਸ ਕਰਕੇ ਜਿਨ੍ਹਾਂ ਦੇ ਬੁੱਧੀ ਤੇ ਹੰਕਾਰ ਪ੍ਰਧਾਨ ਹੈ, ਉਹ ਉਹੋ ਜਿਹੇ ਕੌਣ ਮੇਰੀ ਬਰਾਬਰੀ ਕਰ ਲੋ, ਕੌਣ ਮੇਰੇ ਨਾਲ, ਇਹੋ ਜਿਹੇ ਗਾਣੇ ਵੀ ਲਿਖੀ ਜਾਂਦੇ ਆ। ਇਹ ਕਹਿਣ ਦਾ ਭਾਵ ਹੈ ਜਿਸ ਤਰ੍ਹਾਂ ਦਾ ਇਹ ਮੈਲ ਹੈ, ਜਿਹੜੇ ਵਿਕਾਰ ਨੇ, ਇਹ ਮੈਲ ਇਸ ਕਰਕੇ ਉਹਨਾਂ ਦੀਆਂ ਜਿਹੜੀਆਂ ਲਿਖੀਆਂ ਹੋਈਆਂ ਕਵਿਤਾਵਾਂ ਨੇ, ਗਾਣੇ ਕਹਿ ਲਓ, ਉਹ ਵੀ ਮੈਲੇ ਆ। ਇੱਕ ਉਹ ਨੇ ਭਾਈ ਨਿਰਮਲ ਬੁੱਧ ਵਾਲੇ ਆ, ਜਿਹੜੇ ਗੁਰੂ ਜਸ ਉਚਾਰਨ ਕਰਦੇ ਨੇ। ਤੋ ਇਹ ਨਿਰਮਲ ਬੁੱਧੀ ਵੀ ਤਾਂ ਪਰਮੇਸ਼ਰ ਦੀ ਕਿਰਪਾ ਨਾਲ ਹੀ ਹੋ, ਇੱਕ ਦ੍ਰਿਸ਼ਟ ਪਰਮਾਤਮਾ ਦੀ ਉਹ ਕੋਈ ਸ਼ਕਤੀ ਹੈ ਜਿਹੜੀ ਨਿਰਮਲ ਬੁੱਧ ਬਖਸ਼ੇ, ਤਾਂ ਕਿ ਜਿਹੜੀ ਗੁਰੂ ਦੀ ਉਪਮਾ ਹੈ ਉਹ ਕਰ ਸਕੀਏ। ਇਹ ਜਿਸ ਤਰ੍ਹਾਂ ਪੁਰਾਣੇ ਕਵੀਆਂ ਦੇ ਵਾਂਗੂ ਗਿਆਨੀ ਗਿਆਨ ਸਿੰਘ ਜੀ ਨੇ ਵੀ ਜਿਹੜਾ ਇਹ ਕਹਿ ਲਓ ਇੱਕ ਮਹਾਕਾਵ ਗ੍ਰੰਥ ਹੈ ਸ੍ਰੀ ਗੁਰੂ ਪੰਥ ਪ੍ਰਕਾਸ਼, ਤੇ ਇਸ ਕਰਕੇ ਮਹਾਕਵੀ ਹੋਣ ਦੇ ਨਾਂ ਤੇ ਪਰੰਪਰਾ ਨੂੰ ਵੀ ਉਸ ਤਰ੍ਹਾਂ ਹੀ ਜਾਣ ਲਿਆ। ਦੂਜਾ ਜਿਹੜਾ ਹੈ, ਕਿਉਂਕਿ ਗਿਆਨੀ ਗਿਆਨ ਸਿੰਘ ਜੀ ਸੰਸਕ੍ਰਿਤ ਪੜ੍ਹੇ, ਬ੍ਰਿਜ ਭਾਸ਼ਾ ਪੜ੍ਹੇ, ਤੇ ਇਹਨਾਂ ਭਾਸ਼ਾਵਾਂ ਦੇ ਵਿੱਚ ਇਹ ਚੀਜ਼ਾਂ ਦਾ ਪ੍ਰਭਾਵ ਪੈਣਾ ਕੁਦਰਤੀ ਹੈ, ਮਨ ਦੇ ਉੱਤੇ ਪੈ ਜਾਂਦਾ। ਪਰ ਜੇ ਆਪਾਂ ਹੁਣ ਜਦੋਂ ਸਾਰਾ ਇਤਿਹਾਸ ਵੇਖਾਂਗੇ ਨਾ, ਗਿਆਨੀ ਗਿਆਨ ਸਿੰਘ ਜੀ ਇੱਕ ਅਕਾਲ ਪੁਰਖ ਦੇ ਉਪਾਸ਼ਕ ਹੈ, 10 ਗੁਰੂ ਸਾਹਿਬਾਨ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਪੰਥ ਖਾਲਸਾ, ਬਹੁਤ ਜ਼ਿਆਦਾ ਸ਼ਰਧਾਵਾਨ ਸਿੱਖ ਕਵੀ ਹੈ। ਗੁਰਮਤ ਨਾਮ ਵਾਹਿਗੁਰੂ, ਵਾਹਿਗੁਰੂ ਦੇ ਬਹੁਤ ਸ਼ਬਦ ਤੇ ਵਿਸ਼ਵਾਸ ਹੈ।
ਤੇ ਅਭਿਆਸੀ ਵੀ ਸਨ ਗਿਆਨੀ ਗਿਆਨ ਸਿੰਘ ਜੀ ਵਾਹਿਗੁਰੂ ਸ਼ਬਦ ਦੇ। ਔਰ ਸਿੱਖ ਰਹਿਤ ਮਰਜ਼ਾਦਾ ਸਹੀ ਰੂਪ ਵਿੱਚ ਪ੍ਰਚਾਰਨ ਵਾਸਤੇ ਉਹਨਾਂ ਸਮਿਆਂ ਦੇ ਵਿੱਚ ਗਿਆਨੀ ਗਿਆਨ ਸਿੰਘ ਜੀ ਸਿੰਘ ਸਭਾ ਲਹਿਰ ਜਿਹੜੀ ਹੈ, ਜਿਵੇਂ ਇਹਨੂੰ ਇੱਕ ਧਰਮ ਦੇ ਵਿੱਚ ਸੁਧਾਰਕ ਲਹਿਰ ਮੰਨਿਆ ਜਾਂਦਾ ਹੈ, ਉਹਦੇ ਵੀ ਇਹ ਸਮਝੋ ਮੋਢੀਆਂ ਵਿੱਚੋਂ ਇੱਕ ਤਰ੍ਹਾਂ ਨਾਲ ਜਨਮਦਾਤੇ ਸਨ ਗਿਆਨੀ ਗਿਆਨ ਸਿੰਘ ਜੀ। ਕਿਉਂਕਿ ਬਹੁਤ ਇਹਨਾਂ ਦੀਆਂ ਜਿਹੜੀਆਂ ਰਚਨਾਵਾਂ ਨੇ ਇਹਦਾ ਆਧਾਰ ਬਣਾ ਕੇ ਫਿਰ ਅੱਗੇ ਜਿਹੜੇ ਹਨ ਸਿੰਘ ਸਭੀਆਂ ਨੇ ਬਹੁਤ ਪ੍ਰਚਾਰ ਕੀਤਾ। ਜਿਹੜੀਆਂ ਸੁਧਾਰਕ ਸਮਾਜ ਸੁਧਾਰਕ ਲਹਿਰ, ਧਰਮ ਔਰ ਸਮਾਜ ਦਾ ਸੁਧਾਰ ਹੋਵੇ, ਧਰਮ ਦੇ ਵਿੱਚ ਆਈਆਂ ਕੁਰੀਤੀਆਂ ਦੇ ਖਿਲਾਫ ਸਿੰਘ ਸਭਾ ਲਹਿਰ ਨੇ ਜਿਵੇਂ ਪ੍ਰਚਾਰ ਕੀਤਾ, ਉਹ ਜਾਣੋ ਕਿ ਇਹ ਜੇ ਕਵੀਆਂ ਗਿਆਨੀ ਗਿਆਨ ਸਿੰਘ ਜੀ ਦਾ ਬਹੁਤ ਵੱਡਾ ਰੋਲ ਰਿਹਾ। ਔਰ ਭਾਵੇਂ ਕਿ ਰਚਨਾ ਦੇਖੋ, ਜਿਵੇਂ ਜੇ ਉਹਨਾਂ ਦੇ ਵਿਸ਼ਵਾਸ ਦੀ ਗੱਲ ਵੇਖਣੀ ਜਾਵੇ, ਗਿਆਨੀ ਗਿਆਨ ਸਿੰਘ ਜੀ ਦਾ ਵਿਸ਼ਵਾਸ ਕਿੱਡਾ ਹੈ, ਤਾਂ ਇਸ਼ਟਾਪਤੀ ਧਾਰਮਿਕ ਵਿਸ਼ਵਾਸ, ਫਿਰ ਸਿੱਖੀ ਤੇ ਅਟੱਲ ਯਕੀਨ ਹੈ ਜਿਹੜਾ, ਉਹ ਗਿਆਨੀ ਗਿਆਨ ਸਿੰਘ ਜੀ ਦੀ ਕਵਿਤਾ ਦੇ ਵਿੱਚੋਂ ਹੀ ਸਾਰਾ ਕੁਝ ਸਾਹਮਣੇ ਆ ਜਾਂਦਾ। ਜਦੋਂ ਕਹਿੰਦੇ ਨੇ ਅਬੈ ਕਿਰਪਾਲ ਹੋਜੀਏ ਦਿਆਲ ਦਾਸ ਖਾਸ ਪੈ, ਨਿਰਾਸ ਔਰ ਠੌਰਤੈ ਭਇਓ ਹੁਲਾਸਹੀਨ ਮੈਂ, ਗਹੀ ਸ਼ਰਨ ਰਾਵਰੇ ਚਰਨ ਕੀ ਅਨਨ ਹੋਇ, ਜਰਨ ਕੋ ਮਰਨ ਦੁੱਖ ਕਾਟੀਏ ਕਠੀਨ ਮੈਂ। ਇਸ ਤਰ੍ਹਾਂ ਦਾ ਜਦੋਂ ਭਾਵਨਾ ਪੈਦਾ ਹੁੰਦੀ ਹੈ, ਦੇਖੋ ਇਹਦੇ ਕੁਕ੍ਰਿਤ ਬ੍ਰਿਤ ਮੈਂ ਫਸਿਓ, ਅਨਿਰਤ ਨ੍ਰਿਤ ਕਹਿ ਨੈ ਕਸਿਓ, ਅਤ੍ਰਿਤ ਧ੍ਰਿਤ ਹਉ ਫਸਿਓ, ਅਰਿਆਨ ਕੇ ਅਧੀਨ ਮੈਂ, ਨਾ ਔਰ ਆਸ ਕੋਇ ਦਾਸ ਰਾਵਰੋ ਸਦੈਹੋ ਏਕ, ਹੈ ਭਰੋਸ ਨਾ ਹੈ ਭਰੋਸ ਲਾਜ ਨਾਮ ਕੀ, ਖੈਹੋ ਪੀਨ ਮੈਂ। ਸੁਨਿਓ ਅਨੰਤ ਸੰਤ ਤੈ ਗੁਰੂ ਗ੍ਰੰਥ ਭੀ, ਕਹੈ ਤਰਾਏ ਹੈ ਗੁਰੂ ਗੋਬਿੰਦ ਸਿੰਘ ਜੂ ਉਦਾਰੀਏ, ਇਸੀ ਭਰੋਸ ਮੈਂ ਚੜਿਓ ਜਹਾਜ ਆਜ ਰਾਵਰੇ। ਕਿੱਡਾ ਭਰੋਸਾ ਮਹਾਰਾਜ ਤੇ ਕਰਦਿਆ, ਰਖੈਹੋ ਲਾਜ ਨਾਮ ਕੀ, ਭਵਾ ਬੁਧੈ ਉਬਾਰੀਏ। ਪੰਥ ਖਾਲਸੇ ਤੇ ਭਰੋਸਾ। ਤੋ ਕਹਿਣ ਦਾ ਭਾਵ ਐਸੇ ਛੰਦ ਜਿਹੜੇ ਹਨ, ਇਹ ਇੱਥੋਂ ਪਤਾ ਲੱਗ ਜਾਂਦਾ ਕਿ ਗਿਆਨੀ ਗਿਆਨ ਸਿੰਘ ਜੀ ਇਹ ਗੁਰੂ ਗ੍ਰੰਥ ਸਾਹਿਬ 10 ਪਾਤਸ਼ਾਹੀਆਂ ਅਕਾਲ ਪੁਰਖ ਤੇ ਕਿੱਡਾ ਵੱਡਾ ਭਰੋਸਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਤੇ ਇਹ ਸਾਖੀਆਂ ਵਿੱਚ ਵੀ ਗੱਲਾਂ ਆ ਜਾਣੀਆਂ ਨੇ, ਅੱਗੇ ਕਾਫੀ ਇਸ ਤਰ੍ਹਾਂ ਦਾ ਸਾਹਮਣੇ ਆ ਜਾਣਾ ਹੈ। ਜਦੋਂ ਉਦਾਸੀ ਦੱਖਣ ਦੀ ਹੈ, ਦੂਜੀ ਗੁਰੂ ਨਾਨਕ ਦੇ ਪਾਤਸ਼ਾਹ, ਉਹਨੂੰ ਸ਼ਕਤੀ ਦੇਵੀ ਪੂਜਕ ਮਿਲੇ, ਸ਼ਕਤੀ ਦੇ ਗੁਣ ਗਾਏ, ਮਹਾਰਾਜ ਨੂੰ ਦੱਸਿਆ ਪੂਜਣ ਦੇ ਲਾਭ ਕੀ ਹੈ। ਤਾਂ ਸਤਿਗੁਰਾਂ ਨੇ ਜਿਹੜੇ ਬਚਨ ਕਹੇ ਨਾ, ਤੇ ਇੱਥੋਂ ਪਤਾ ਲੱਗਦਾ ਭਾਈ ਗਿਆਨੀ ਗਿਆਨ ਸਿੰਘ ਜੀ ਦੀ ਭਾਵਨਾ ਸ਼ਰਧਾ ਦਾ, ਕਿ ਫਿਰ ਇਹਨਾਂ ਨੇ ਉਸ ਗੱਲ ਨੂੰ ਕਾਵਿਕ ਰੂਪ ਦੇ ਵਿੱਚ ਕਿਹਾ। ਲਿਖਦੇ ਨੇ ਤਾਂ ਪਰ ਗੁਰ ਜੋ ਗਿਰਾ ਉਚਾਰੀ, ਅਹੋ ਛੋੜ ਨਰ ਪੂਜਹਿ ਨਾਰੀ, ਨਾਰ ਪੁਰਖ ਕਾ ਜੋੜਾ ਜੇਤੋ, ਹੈ ਕਰਤਾਰ ਉਪਾਇਓ ਤੇਤੋ, ਨਾਰੀ ਸਦਾ ਪੁਰਖ ਆਧੀਨਾ, ਤਾਂ ਤੇ ਫਲ ਚਾਹੇ ਮੂੜ ਪ੍ਰਵੀਨਾ, ਈਸ਼ਰ ਦੇਵ ਰਚ ਜਿਉ ਔਰੈ, ਦੇਵੀ ਰਚੀ ਲਖੋ ਤਿਸ ਤੌਰੈ, ਪੀਪੇ ਭਗਤ ਰਾਧੀ ਜਵੈ, ਦੇ ਨਹਿ ਸਕੀ ਮੁਕਤ ਤਿਹ ਤਵੈ। ਪੀਪੇ ਭਗਤ ਨੇ ਵੀ ਰਾਧੀ ਲੇਕਿਨ ਮੁਕਤੀ ਨਹੀਂ ਦੇ ਸਕੀ। ਫਿਰ ਜੜ ਮੂਰਤ ਧੂਰਤ ਪੂਜੈ, ਚੇਤਨ ਦੇਵ ਨ ਜਿਨ ਕੋ ਸੂਝੈ, ਸੁਨ ਗੁਰ ਬੈਨ ਐਨ ਸੁਖਦਾਈ, ਭਏ ਭਗਤ ਹਰ ਸੋ ਮਨ ਲਾਈ। ਭਾਈ ਲਹਿਣਾ ਜੀ ਜਦੋਂ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੂੰ ਮਿਲੇ, ਤਾਂ ਉਦੋਂ ਦੇਖੋ ਇਹ ਦੱਸਿਆ ਕਿ ਅਸ਼ਟਭੁਜੀ ਦੇ ਦੇਵੀ ਸੀ, ਗੁਰੂ ਨਾਨਕ ਦੇ ਮਹਾਰਾਜ ਦੇ ਦਰ ਤੇ ਝਾੜੂ ਲਾਉਂਦੀ ਦਿਖਾਈ ਹੈ। ਗੁਰ ਬੂਝਿਓ ਤੁਮ ਕਹਾਂ ਜੈ ਹੋ, ਕਹਿਓ ਦੇਵੀ ਦਰਸ ਕੋ, ਗੁਰ ਕਹਿਓ ਇਹਾਂ ਦਵਰਸ ਹੈ, ਲਹਿਓ ਸਭ ਮਨ ਹਰਸ ਕੋ, ਜਿਮ ਕਹਾ ਥਾ ਗੁਰ ਤੈਸ ਹੀ, ਭਇਓ ਦਰਸ ਸਭ ਕੋ ਦੇਵ ਕਾ, ਗੁਰਦੁਆਰ ਠਾਢੀ ਅਸ਼ਟਭੁਜ, ਸਹਿ ਸਿੰਘ ਵੀਰ ਅਪੇਵ ਕਾ। ਭਾਵ ਇਹ ਗੁਰੂ ਦੇ ਦਰ ਤੇ ਹੀ ਹੈ। ਤੋ ਇਸ ਤਰ੍ਹਾਂ ਦਾ ਭਾਵਨਾ ਜਿਹੜੀ ਹੈ, ਉਹ ਸਾਰੇ ਮੰਗਲਾਂ ਦਾ ਮੁੱਢ ਮੰਗਲ ਕੀ ਆ, ਸਰਬ ਇਸ਼ਟ ਮਤ ਗੁਰ ਅਨੁਕੂਲਾ, ਤਾਂ ਤੇ ਗੁਰ ਮਮ ਮੰਗਲ ਮੂਲਾ। ਵੀ ਮੇਰਾ ਗੁਰੂ ਦਾ ਮੰਗਲ ਜਿਹੜਾ ਸਾਰਿਆਂ ਨਾਲੋਂ ਮੁੱਖ ਹੈ। ਤੋ ਇਹ ਮਰਜ਼ਾਦਾ ਮੰਗਲ ਕਰਨ ਤੋਂ ਬਾਅਦ ਅੱਗੇ ਹੁਣ ਮੰਗਲ ਸ਼ੁਰੂ ਕਰਦੇ ਨੇ ਅਕਾਲ ਪੁਰਖ 10 ਪਾਤਸ਼ਾਹੀਆਂ ਦਾ। ਇਹ ਅੱਗੇ ਬਚਨ ਕਰ ਰਹੇ ਹਨ ਗਿਆਨੀ ਗਿਆਨ ਸਿੰਘ ਜੀ। ਅਕਾਲ ਪੁਰਖ
ਪਰਮੇਸ਼ਰ ਦਾ, ਜੋ ਸਰਵ ਵਿਆਪਕ ਵਾਹਿਗੁਰੂ ਦਾ ਮੰਗਲ ਕਰਦੇ ਹਨ। ਸਵਈਆ ਸਤ ਚੇਤਨ ਆਨੰਦ ਹੈ ਰਛਪਾਲ। ਸਤ ਕੀ ਹੈ? ਜੋ ਵਾਸਤਵ ਵਿੱਚ ਹੋਵੇ, ਜੋ ਅਸਲ ਵਜੂਦ ਹੈ ਜਿਹਦਾ, ਜਿਹੜਾ ਕਿ ਤ੍ਰੈ ਸਮਿਆਂ ਦੇ ਵਿੱਚ ਨਾਸ਼ ਨਾ ਹੋਵੇ। ਇਸ ਕਰਕੇ ਜੋ ਨਿਤ ਰਹਿਣ ਵਾਲਾ ਅਵਿਨਾਸ਼ੀ ਹੈ ਉਹਨੂੰ ਕਿਹਾ ਸਤ ਰੂਪ, ਜਿਹਨੂੰ ਕਿਸੇ ਥਾਂ ਜਾਂ ਕਿਸੇ ਸਮੇਂ 'ਚ ਨਹੀਂ ਆਖਿਆ ਜਾ ਸਕਦਾ। ਇਹ ਨਹੀਂ ਕਿਹਾ ਜਾ ਸਕਦਾ ਫਲਾਣੇ ਸਮੇਂ ਪ੍ਰਮਾਤਮਾ ਹੋਇਆ ਜਾਂ ਫਲਾਣੀ ਜਗ੍ਹਾ ਤੇ ਪ੍ਰਮਾਤਮਾ ਹੋਇਆ। ਥਾਂ ਔਰ ਸਮੇਂ ਤੋਂ ਉੱਪਰ ਹੈ, ਉਹਨੂੰ ਕਿਹਾ ਜਾਂਦਾ ਸਤ ਰੂਪ। ਸਤ ਚੇਤਨ ਆਨੰਦ ਹੋਇ ਰਛਪਾਲ। ਅਕਾਲ ਪੁਰਖ ਦੀ ਮਹਿਮਾ ਕਰਦੇ ਨੇ ਕਿ ਹੁਣ ਚੇਤਨ ਚਿੱਤ, ਚੈਤਨ ਜਿਉਂਦਾ ਜਾਗਦਾ ਗਿਆਨ ਸਰੂਪ ਹੈ, ਜਿਹਦੇ ਵਿੱਚ ਪੂਰਨ ਗਿਆਨ ਦਾ ਵਾਸਾ ਹੈ, ਉਹਨੂੰ ਕਿਹਾ ਚੇਤਨ। ਫਿਰ ਪਰਮਾਤਮਾ ਆਨੰਦ ਸਰੂਪ ਹੈ। ਆਨੰਦ ਕੀ ਹੈ? ਪ੍ਰਸੰਨਤਾ, ਖੁਸ਼ੀ। ਇਹ ਜਿਹਦਾ ਇਹ ਖੁਸ਼ੀਆਂ, ਆਨੰਦ, ਹੁਣ ਉਹਦਾ ਗੁਣ ਹੀ, ਉਹਦਾ ਸਰੂਪ ਵੀ ਹੈ ਆਨੰਦ। ਜੇ ਕੇਵਲ ਕਹੀਏ ਪਰਮਾਤਮਾ ਦਾ ਗੁਣ ਹੈ, ਗੁਣੇ ਨਹੀਂ, ਉਹਦਾ ਸਰੂਪ ਵੀ ਆਨੰਦ ਹੈ। ਰਛਪਾਲ ਨਾਮ ਹੈ ਰੱਖਿਆ ਕਰਨ ਵਾਲਾ ਜਾਂ ਪਾਲਣਾ ਕਰਨ ਵਾਲਾ। ਇਉਂ ਅਕਾਲ ਪੁਰਖ ਪਰਮਾਤਮਾ ਪ੍ਰਤੀ ਕਹਿੰਦੇ ਨੇ ਕਿ ਸਤ ਚੇਤਨ ਆਨੰਦ ਹੈ ਰਛਪਾਲ। ਅਕਾਲ ਪੁਰਖ ਸਤ ਚਿਤ ਆਨੰਦ ਸਰੂਪ, ਆਪਣੇ ਦਾਸਾਂ ਦੀ ਰੱਖਿਆ ਕਰਨ ਵਾਲਾ, ਰਛਪਾਲ ਪਾਲਣਾ ਕਰਨ ਵਾਲਾ ਹੈ। ਅਕਾਲ ਦਿਆਲ ਉਤਾਲ ਢਰੈ। ਅਕਾਲ ਜੋ ਕਾਲ ਤੋਂ ਰਹਿਤ ਹੈ, ਮੌਤ ਤੋਂ ਰਹਿਤ ਹੈ, ਅਵਿਨਾਸ਼ੀ। ਦਿਆਲ ਕੀ ਇਹ ਦਇਆ ਕਰਨ ਵਾਲਾ, ਬਖਸ਼ਿੰਦ ਹੈ। ਉਤਾਲ ਨਾਮ ਹੈ ਛੇਤੀ ਪੰਗਰ ਜਾਂਦਾ, ਢਲਦਾ ਹੈ, ਭਾਵ ਬਹੁਤ ਛੇਤੀ ਬਖਸ਼ਿਸ਼ ਕਰਦਾ ਹੈ। ਇਉਂ ਆਪਣਿਆਂ ਸੇਵਕਾਂ ਤੇ ਅਕਾਲ ਪੁਰਖ ਦਿਆਲੂ ਹੋ ਕੇ ਛੇਤੀ ਬਖਸ਼ਿਸ਼ ਕਰ ਦਿੰਦਾ, ਉਹ ਦੇਰ ਨਹੀਂ ਲਾਉਂਦਾ। ਐਸਾ ਪਰਮੇਸ਼ਰ ਕਰ ਬੁੱਧ ਬਿਸੁੱਧ ਭਰੇ ਗੁਣ ਸੁੱਧ। ਫਿਰ ਅੱਗੇ ਕਹਿੰਦੇ ਕਰ ਬੁੱਧ ਬਿਸੁੱਧ। ਬੁੱਧ ਨਾਮ ਬੁੱਧੀ, ਬਿਸੁੱਧ ਕਹੀਏ ਬਹੁਤ ਪਵਿੱਤਰ। ਜੋ ਅਕਾਲ ਪੁਰਖ ਹੈ ਉਹ ਬੁੱਧੀ ਨੂੰ ਬਹੁਤ ਹੀ ਪਵਿੱਤਰ ਕਰ ਦਿੰਦਾ ਹੈ। ਪਵਿੱਤਰ ਬੁੱਧ ਵਿੱਚੋਂ ਹੀ ਫਿਰ ਗੁਰਮੁਖੋ ਚੰਗੇ ਜਿਹੜੇ ਬੋਲ ਨਿਕਲਦੇ ਆ। ਇਸ ਕਰਕੇ ਚੰਗੇ ਗੁਣਾਂ ਦੇ ਨਾਲ ਵੀ ਭਰ ਦਿੰਦਾ ਹੈ। ਭਰੇ ਗੁਣ ਸੁੱਧ, ਕ੍ਰੋਧ ਵਿਰੁੱਧ ਕੁਬੁੱਧ ਹਰੈ। ਕ੍ਰੋਧ ਨਾਮ ਕ੍ਰੋਧ ਦਾ ਹੈ, ਵਿਰੁੱਧ ਨਾਮ ਵੈਰ ਦਾ ਹੈ, ਤੇ ਖੋਟੀ ਮੱਤ ਜਿਹੜੀ ਹੈ ਕੁਬੁੱਧ। ਕ੍ਰੋਧ ਵਿਰੁੱਧ ਕੁਬੁੱਧ ਹਰੈ। ਇਹ ਭਾਈ ਕ੍ਰੋਧ ਨੂੰ, ਵੈਰ ਨੂੰ ਤੇ ਖੋਟੀ ਬੁੱਧੀ ਨੂੰ ਪਰਮੇਸ਼ਰ ਨਾਸ਼ ਕਰਦਾ ਹੈ। ਕਾਲ ਕਾਲ ਕਰਾਲ ਕੁਚਾਲ ਜਿਤੀ। ਫਿਰ ਜੋ ਪ੍ਰਮਾਤਮਾ ਹੈ ਕਾਲ ਕਾਲ, ਕਾਲ ਨਾਮ ਕਲਯੁਗ ਦਾ, ਕਾਲ ਸਮਾਂ, ਕਰਾਲ ਕਹੀਏ ਬਹੁਤ ਭਿਆਨਕ, ਕੁਚਾਲ ਨਾਮ ਹੈ ਖੋਟੀ ਚਾਲ। ਤੋ ਕਲਯੁਗ ਦਾ ਜਿਹੜਾ ਭਿਆਨਕ ਸਮਾਂ ਹੈ, ਸਮੇਂ ਦੀ ਜਿੰਨੀ ਖੋਟੀ ਚਾਲ ਹੈ, ਇਸ ਨੂੰ ਤਿਸ ਜਾਲ ਜਵਾਲ ਤੇ ਰੱਖ ਕਰੈ। ਅਕਾਲ ਪੁਰਖ ਪਰਮਾਤਮਾ ਉਸ ਜਾਲ ਜਵਾਲ, ਜਿੰਨੀ ਵੀ ਅੱਗ ਹੈ, ਇਹ ਸਾਰੀ ਇਹ ਤੋਂ ਆਪਣੇ ਸੇਵਕਾਂ ਦੀ ਅਕਾਲ ਪੁਰਖ ਹੀ ਰੱਖਿਆ ਕਰਦਾ ਹੈ। ਦੁੱਖ ਦਾਰਦ ਦੁੰਦ ਨਿਕੰਦ ਬੁਲੰਦ। ਫਿਰ ਪਰਮੇਸ਼ਰ ਜੋ ਹੈ ਦੁੱਖਾਂ ਨੂੰ ਦੂਰ ਕਰਨ ਵਾਲਾ। ਦੁੱਖ ਦਾਰਦ, ਦਾਰਦ ਨਾਮ ਗਰੀਬੀ ਦਾ ਹੈ। ਦਵੰਦ ਨਾਮ ਹੈ ਦੋ ਵਿਰੋਧੀ ਵਸਤੂ ਦਾ ਜੋੜ ਹੋ ਜੇ, ਦੁੱਖ ਦੁੰਦ। ਇਉਂ ਵੱਡੇ ਦੁੱਖ ਜਿਹੜੇ ਨੇ ਇਹਨਾਂ ਨੂੰ ਨਿਕੰਦ ਬੁਲੰਦ, ਨਿਕੰਦ ਬੁਲੰਦ। ਬੁਲੰਦ ਨਾਮ ਹੈ ਉੱਚੇ ਦਾ। ਤੋ ਜੋ ਅਕਾਲ ਪੁਰਖ ਵਾਹਿਗੁਰੂ ਹੈ ਉਹ ਵੱਡੇ ਤੋਂ ਵੱਡੇ ਦੁੱਖ ਔਰ ਗਰੀਬੀ ਨੂੰ ਵੀ। ਦੇਖੋ ਜੇ ਕਵੀ ਗਰੀਬ ਹੀ ਹੋਇਆ ਫਿਰ ਕਵਿਤਾ ਕਦੋਂ ਰਚੂ? ਉਹਦੀ ਰੋਟੀ ਪਾਣੀ ਦਾ ਵੀ ਪ੍ਰਬੰਧ ਹੋਣਾ। ਜਿਵੇਂ ਕਿ ਗਿਆਨੀ ਭਾਈ ਸੰਤੋਖ ਸਿੰਘ ਜੀ ਦਾ ਆਪਾਂ ਜੀਵਨ ਪੜ੍ਹਦੇ ਹਾਂ ਨਾ, ਮਾਲਕ ਨੇ ਕਿੰਨੀ ਕਿਰਪਾ ਕੀਤੀ। ਭਾਵੇਂ ਗਰੀਬੀ ਸੀ, ਪਤਨੀ ਨੇ ਕਹਿਣਾ ਬੱਚਿਆਂ ਦਾ ਖਿਆਲ ਕਰ, ਰੋਟੀ ਚਾਹੀਦੀ ਹੈ। ਭਰੋਸਾ ਇੰਨਾ ਸੀ ਕੋਈ ਨਹੀਂ, ਅਕਾਲ ਪੁਰਖ ਵਾਹਿਗੁਰੂ ਗੁਰੂ ਮਹਾਰਾਜ 10ਵੇਂ ਪਾਤਸ਼ਾਹ ਕਰੂ ਹੱਲ। ਤੇ ਹੱਲ ਵੀ ਮਹਾਰਾਜ ਨੇ ਕਿੰਨਾ ਕਰਤਾ। ਕੈਂਥਲ ਦੇ ਰਾਜੇ ਉਦੇ ਸਿੰਘ, ਜਿਹੜੇ ਭਾਈ ਭਗਤੂ ਜੀ ਦੀ ਅੰਸ਼ ਵੰਸ਼ ਵਿੱਚੋਂ ਸੀ, ਰਾਜਾ ਉਦੇ ਸਿੰਘ,
ਉਹਨੇ ਸੱਦ ਲਿਆ। ਉਹਨੂੰ ਪਤਾ ਲੱਗਿਆ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਇਤਿਹਾਸ ਇਹਨਾਂ ਨੇ ਲਿਖਿਆ। ਕਹਿੰਦੇ ਬਾਕੀ ਗੁਰੂਆਂ ਦਾ ਵੀ ਇਤਿਹਾਸ ਲਿਖੋ। ਉਹ ਫਿਰ ਕਹਿਣ ਲੱਗੇ ਜੀ ਅਸੀਂ ਉਹ ਤਾਂ ਭਾਈ ਬਾਲਾ ਜੀ ਦੀ ਜਨਮ ਸਾਖੀ ਉਹਨੂੰ ਆਧਾਰ ਬਣਾ ਕੇ ਕਾਵਿ ਕਰੂਪ ਅਸੀਂ ਇਤਿਹਾਸ ਲਿਖਤਾ, ਤੇ ਇਹ ਵੀ ਫਿਰ ਕੋਈ ਆਧਾਰ ਫਿਰ ਉਹ ਕਿਵੇਂ ਬੀਬੀ ਪ੍ਰਧਾਨ ਕੌਰ ਜਿਹੜੀ ਬਾਬਾ ਬੁੱਢਾ ਜੀ ਦੀ ਅੰਸ਼ ਵੰਸ਼ ਦੇ ਵਿੱਚ ਵਿਆਹੀ ਹੋਈ ਸੀ। ਕਵੀ ਜੀ ਨੂੰ ਪਤਾ ਸੀ ਕਿ ਬਾਬਾ ਰਾਮ ਕੌਰ ਜੀ ਜੋ ਅੰਮ੍ਰਿਤ ਛਕ ਕੇ ਬਾਬਾ ਗੁਰਬਖਸ਼ ਸਿੰਘ ਬਣੇ ਉਹਨਾਂ ਦਾ ਇਤਿਹਾਸ ਉਹ ਆਪਾਂ ਕਥਾ ਤੋਂ ਸਾਰੀ ਸੁਣੀ ਹੈ। ਜਦੋਂ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਹੋਈ ਤੇ ਉਸ ਸਮੇਂ ਕਿ ਉਹਨਾਂ ਕੋਲੋਂ ਗ੍ਰੰਥ ਮੰਗਾਏ, ਹੋਰ ਗ੍ਰੰਥਾਂ ਦੀ ਸਹਾਇਤਾ ਨਾਲ ਫਿਰ ਹਵੇਲੀ ਦੇਤੀ ਕੈਂਥਲ ਦੇ ਵਿੱਚ, ਤੇ ਉਸ ਹਵੇਲੀ ਦੇ ਵਿੱਚ ਆਲੇ ਦੁਆਲੇ ਚੰਗਾ ਬਰਾਂਡਾ ਦੇ ਸਾਰੀਆਂ ਸੁੱਖ ਸਹੂਲਤਾਂ ਮਿਲ ਗਈਆਂ। ਇਹ ਕੌਣ ਕਰਦਾ ਹੈ? ਅਕਾਲ ਪੁਰਖ ਦੀ ਕਿਰਪਾ ਨਾਲ ਹੀ ਹੋਵੇਗਾ ਨਾ। ਇਸ ਕਰਕੇ ਅਕਾਲ ਪੁਰਖ ਵੱਡੇ ਤੋਂ ਵੱਡੇ ਦੁੱਖ ਔਰ ਜਿਹੜੀ ਗਰੀਬੀ ਹੈ ਉਹਨੂੰ ਦੂਰ ਕਰਨ ਕਰਕੇ ਭਾਵ ਦੂਰ ਆਪਣੇ ਸੇਵਕ ਤੇ ਕਿਰਪਾ ਕਰਦਾ ਹੈ। ਆਨੰਦ ਆਮੰਦ ਸੋ ਛੰਦ ਭਰੈ, ਆਪਣੇ ਸੇਵਕਾਂ ਨੂੰ ਬਹੁਤ ਹੀ ਸ੍ਰੇਸ਼ਟ ਆਨੰਦ ਨਾਲ ਉਹਨਾਂ ਦੇ ਹਿਰਦੇ ਨੂੰ ਭਰ ਦਿੰਦਾ। ਔਰ ਉਹ ਵੀ ਕਿਵੇਂ ਭਰਦਾ? ਜਿਵੇਂ ਉਹਨਾਂ ਦੀ ਇੱਛਾ ਹੈ। ਸਵੈ ਛੰਦ ਭਰੈ ਭਾਵ ਉਹ ਜਿੰਨੀ ਇੱਛਾ ਦੇ ਮੁਤਾਬਕ ਹਿਰਦੇ ਵਿੱਚ ਆਨੰਦ ਭਰ ਦਿੰਦਾ। ਇੱਥੇ ਗਿਆਨੀ ਗਿਆਨ ਸਿੰਘ ਕਵੀ ਜੀ ਆਪਣੇ ਇਸ਼ਟ ਦੇਵ ਅਕਾਲ ਪੁਰਖ ਨੂੰ ਸਤ ਚਿਤ ਆਨੰਦ ਕਹਿੰਦੇ ਆ। ਸਤ ਇਸ ਲਈ ਹੈ ਕਿ ਉਹ ਹੈ, ਚਿਤ ਉਹ ਜਾਣਦਾ, ਗਿਆਨ ਸਰੂਪ ਹੈ, ਆਨੰਦ ਸੁੱਖ ਸਰੂਪ ਹੈ। ਫਿਰ ਉਹ ਵਾਹਿਗੁਰੂ ਦਾ ਜਿਹੜੇ ਸਰੂਪ ਲੱਖਣ ਨੇ ਇਹ ਸਾਰੇ, ਇਹਦਾ ਜਿੰਨਾ ਪਰਮੇਸ਼ਰ ਦਾ ਵਜੂਦ ਕੀ ਹੈ, ਇਹ ਹੈ ਕਿ ਐਸਾ ਹੈ ਕਿ ਛੇਤੀ ਢਲ ਵੀ ਜਾਂਦਾ, ਦਇਆਵਾਨ ਵੀ ਹੈ। ਜਿੰਨੇ ਕਲਯੁਗੀ ਹੈ ਨਾ, ਕਲਯੁਗ ਦੀਆਂ ਕੁਚਾਲਾਂ ਨੇ, ਕਲਯੁਗੀ ਅੱਗ ਹੈ ਤੋਂ ਰੱਖਦਾ ਵੀ ਹੈ, ਆਪਣੇ ਸੇਵਕਾਂ ਨੂੰ ਪਾਲਦਾ ਹੈ, ਬਖਸ਼ੰਦ ਪਿਤਾ ਵੀ ਹੈ। ਜਿੰਨੀਆਂ ਕੋਈ ਬੁਰਾਈਆਂ ਆਉਂਦੀਆਂ ਇਹ ਵੀ ਹੈ ਕਿ ਦੇਖੋ ਕਾਵਕ ਰਚਨਾ ਕਰਦੇ ਆ, ਗੁਰੂ ਦੇ ਗੁਣ ਗਾਉਂਦੇ ਆ, ਬੁਰਾਈ ਵੀ ਆ ਜਾਂਦੀ ਹੈ, ਮਨ 'ਚ ਮਾੜਾ ਖਿਆਲ ਵੀ ਆ ਜਾਂਦਾ। ਅਕਾਲ ਪੁਰਖ ਕਿਰਪਾ ਕਰਦਾ, ਉਹ ਸੇਵਕਾਂ ਦੇ ਅੰਦਰੋਂ ਉਹ ਵੀ ਦੂਰ ਕਰੀ ਜਾਂਦਾ ਹੈ। ਇਸ ਕਰਕੇ ਬੁਰਾਈਆਂ ਨੂੰ ਵੀ ਮੇਟਦਾ, ਚੰਗੇ ਗੁਣ ਭਰ ਦਿੰਦਾ। ਤੇ ਹੈ ਤਾਂ ਹੁਣ ਆਮ ਦੁਨੀਆ ਕਹਿੰਦੀ ਹੈ ਲੈ ਉਹਨੂੰ ਕੀ, ਆਪਾਂ ਅੱਜ ਕੱਲ ਥੋੜਾ ਜਿਹਾ ਤਰਕ ਹੋ ਗਈ। ਅੱਗੇ ਨਾਮ ਜਪਣ ਵਾਲੇ ਦਾ ਸਤਿਕਾਰ ਦੁਨੀਆ ਕਰਦੀ ਹੁੰਦੀ ਸੀ, ਅੱਜ ਕੱਲ ਕਹਿੰਦੇ ਲਓ ਉਹੀ ਸਰੀਰ ਹੀ ਹੈ, ਇਹ ਵੀ ਬੰਦਾ ਹੀ ਹੈ। ਲੈ ਬੰਦਿਆਂ ਨੂੰ ਐ ਕਿਵੇਂ? ਉਹ ਬੰਦਾ ਤਾਂ ਭਾਈ ਹੈ ਲੇਕਿਨ ਉਹਦੇ ਵਿੱਚ ਗੁਣ ਨੇ, ਉਹ ਗੁਣ ਜਿਹੜੇ ਆ ਉਹ ਰੱਬੀ ਹੈ। ਇਸ ਕਰਕੇ ਬੰਦੇ ਦੀ ਪੂਜਾ ਨਹੀਂ ਹੁੰਦੀ। ਨਾਮ ਜਪਣ ਵਾਲਾ ਕੋਈ ਗੁਰਮੁਖ ਸਾਧੂ ਹੁੰਦਾ, ਆਪਾਂ ਉਹਨੂੰ ਫਤਿਹ ਬੁਲਾਉਂਦੇ ਆ, ਸਿਰ ਨਵਾ ਦਿੰਦੇ ਆ, ਉਹ ਕੋਈ ਉਹਦੇ ਹੱਡ ਚੰਮ ਨੂੰ ਥੋੜੋ ਨਵਾਈਦਾ ਹੈ। ਉਹ ਤਾਂ ਇਸ ਕਰਕੇ ਕਿ ਇਹਦੇ ਵਿੱਚ ਰੱਬੀ ਗੁਣ ਨੇ, ਭਰਨ ਵਾਲਾ ਤੇ ਅਕਾਲ ਪੁਰਖ ਪਰਮਾਤਮਾ ਹੈ। ਇਹ ਅਕਾਲ ਪੁਰਖ ਦੀ ਵਡਿਆਈ ਹੈ ਕਿ ਜਿਹਦਾ ਕੋਈ ਉਹਦੇ ਸੇਵਕ ਬਣ ਜਾਂਦਾ, ਦਾਸਾ ਭਾਵ ਵਿੱਚ ਆ ਜਾਂਦਾ, ਉਹਦੇ ਅੰਦਰੋਂ ਬੁਰਾਈਆਂ ਨੂੰ ਖਤਮ ਕਰਕੇ ਚੰਗਿਆਈਆਂ ਭਰ ਦਿੰਦਾ ਹੈ। ਇਸ ਛੰਦ ਤੋਂ ਪਤਾ ਲੱਗ ਗਿਆ ਸਵਈਏ ਤੋਂ ਕਿ ਗਿਆਨੀ ਗਿਆਨ ਸਿੰਘ ਜੀ ਇੱਕ ਪਰਮਾਤਮਾ ਦੇ ਉਪਾਸ਼ਕ ਨੇ, ਗੁਰੂ ਭਗਤ ਹੈ, ਵਾਹਿਗੁਰੂ ਨਾਲ ਜੁੜੀ ਹੋਈ ਆਤਮਾ ਹੈ। ਇਸ ਕਰਕੇ ਇਹਨਾਂ ਸਵਈਆਂ ਤੋਂ ਪਤਾ ਲੱਗਦਾ ਕਿ ਦੇਵੀ ਗੁਣਾਂ ਦਾ ਝਲਕਾਰਾ ਪੈਂਦਾ। ਅਕਾਲ ਪੁਰਖ ਦੀ ਜਿਹੜੀ ਹੈ ਉਹ ਮੰਗਲ ਕਰਨ ਤੋਂ ਬਾਅਦ ਹੁਣ ਜਿਹੜਾ ਹੈ ਫਿਰ ਅੱਗੇ ਸਤਿਗੁਰੂਆਂ ਦਾ ਮੰਗਲ ਕਰਦੇ ਆ, 10 ਪਾਤਸ਼ਾਹੀਆਂ ਦਾ। ਤੇ ਉਹ ਵਡਿਆਈ ਗੁਰੂ ਦੀ ਕਰਕੇ ਕਿ ਗੁਰੂਆਂ ਨੂੰ ਆਉਣਾ ਕਿਉਂ ਪਿਆ ਧਰਤੀ ਤੇ, ਇਹ ਵੀ ਗੱਲ ਨਾਲ ਹੈ ਨਾ। ਤਾਂ ਦੱਸ ਰਹੇ ਹਨ ਸਵਈਆ ਜਬ ਘੋਰ ਕਲੀ ਫਰ ਜੋਰ ਗਇਓ। ਕਹਿੰਦੇ ਉਹ ਸਮਾਂ ਆਇਆ ਜਦੋਂ ਘੋਰ ਨਾਮ ਬਹੁਤ ਭਿਆਨਕ ਡਰਾਉਣਾ, ਘੋਰ ਸੰਘਣੇ ਨੂੰ ਵੀ ਕਹਿੰਦੇ ਆ, ਕਲੀ ਕਲਯੁਗ। ਜਦੋਂ ਭਾਈ ਇਹ ਜਿਹੜਾ ਕਲਯੁਗ ਸੀ, ਕਲਯੁਗ ਦਾ ਸਮਾਂ ਬਹੁਤ ਜ਼ੋਰ ਫੜ ਗਿਆ, ਭਾਵ ਕਲਯੁਗ ਦਾ ਜ਼ੋਰ ਪੈ ਗਿਆ। ਨਰ ਚੋਰ ਲਵਾਰ ਅਪਾਰ ਭਏ, ਤੇ ਜਿਹੜੇ ਲੋਕ ਸਨ ਨਾ ਨਰ, ਉਹ ਲਵਾਰ ਕਹੀਏ ਚੁਗਲ ਧਾਵੜੀ ਬਹੁਤ ਜ਼ਿਆਦੇ ਹੋ ਗਏ। ਲੋਕਾਂ ਵਿੱਚ ਚੋਰੀ ਧਾਵੜੀ ਇਹ ਕਲਯੁਗ ਦੇ ਜ਼ੋਰ ਕਰਕੇ ਵੱਧ ਗਿਆ, ਭਾਵ ਬਹੁਤੇ ਹੋ ਗਏ। ਨਿਪ ਨ੍ਰਿਪ ਮੂੜ ਮਲੀਨ ਮਲੇਛ ਮਹਾ, ਤੇ ਜਿਹੜੇ ਫਿਰ ਰਾਜੇ ਸਨ ਉਹ ਰਾਜੇ ਜਿੰਨੇ ਸੀ ਮੂਰਖ ਬਣ ਗਏ, ਮਲੀਨ ਮੈਲੇ ਬਣ ਵਾਲੇ ਹੋ ਗਏ, ਮਲੇਛ ਕਹੀਏ ਕੁਕਰਮ ਕਰਨ ਵਾਲੇ ਹੋ ਗਏ, ਅਨਿਆਏ ਕਰਨ ਵਾਲੇ ਹੋ ਗਏ, ਜਿਹੜੇ ਜ਼ੁਲਮ ਕਰਨ ਵਾਲੇ ਹੋ ਗਏ।
ਨ੍ਰਿਪ ਮੂਡ ਮਲੀਨ ਮਲੇਸ਼ ਮਹਾ। ਜਿੰਨੇ ਵੀ ਇਹ ਰਾਜੇ ਸਨ ਨਾ, ਇਹ ਮੂਰਖ ਬਣ ਗਏ, ਭਾਵ ਮਨ ਵਿੱਚ ਮੈਲ ਆ ਗਈ, ਜ਼ੁਲਮ ਕਰਨ ਲੱਗ ਪਏ, ਜ਼ੁਲਮੀ ਹੋ ਗਏ। ਦੁੱਖ ਦਾਨ ਪਠਾਨ ਜਹਾਨ ਛਏ। ਤੇ ਐਸਾ ਸਮਾਂ ਵੀ ਆ ਗਿਆ, ਗਿਆਨੀ ਜੀ ਕਹਿੰਦੇ ਭਾਈ, ਜਿਹੜੇ ਪਠਾਣਾ ਦਾ, ਕਿਉਂਕਿ ਉਸ ਸਮੇਂ ਰਾਜ ਸੀ, ਜਦੋਂ ਗੁਰੂ ਨਾਨਕ ਦੇ ਪਾਤਸ਼ਾਹ ਦਾ ਅਵਤਾਰ ਹੁੰਦਾ ਹੈ ਤਾਂ ਉਸ ਸਮੇਂ ਇੱਥੇ ਪਠਾਣਾ ਦਾ ਰਾਜ ਸੀ। ਉਹ ਜਿੰਨੇ ਵੀ ਸਨ ਪਠਾਨ, ਉਹ ਫਿਰ ਦੁਖਦਾਈ ਹੋ ਗਏ, ਦੁੱਖ ਦੇਣ ਲੱਗ ਪਏ, ਭਾਵ ਦੁਖਦਾਈ ਇਹ ਪਠਾਨ ਰਾਜੇ ਸੰਸਾਰ ਤੇ ਇਹਨਾਂ ਦਾ ਫੈਲਾਓ ਹੋ ਗਿਆ। ਸਾਧ ਗ੍ਰੰਥ ਗੁਪੇ ਸ਼ੁਭ ਪੰਥ ਲੁਪੇ। ਤੇ ਜਿੰਨੇ ਵੀ ਚੰਗੇ ਗ੍ਰੰਥ ਸਨ ਉਹਨਾਂ ਨੂੰ ਦੇਖੋ ਜ਼ੁਲਮ ਇਹਨੇ ਕੀਤੇ, ਗ੍ਰੰਥਾਂ ਨੂੰ ਸਾੜ ਦਿੱਤਾ। ਤੇ ਜਿਹੜਾ ਭਗਤੀ ਗਿਆਨ ਮਾਰਗ ਸੀ, ਮਹਾਨ ਸ੍ਰੇਸ਼ਟ ਮਾਰਗ ਹੈ, ਇਹ ਵੀ ਅਲੋਪ ਹੋ ਗਿਆ। ਸਾਧ ਗ੍ਰੰਥ ਗੁਪੇ ਸ਼ੁਭ ਪੰਥ ਲੁਪੇ। ਗੋਪ ਨਾਮ ਵੀ ਛੁਪਣ ਦਾ ਹੈ, ਭਾਵ ਗ੍ਰੰਥਾਂ ਦਾ ਵੀ ਨਿਰਾਦਰ ਹੋਇਆ। ਤੇ ਜਿਹੜਾ ਭਾਈ ਸ਼ੁਭ ਮਾਰਗ ਭਗਤੀ ਗਿਆਨ ਦਾ ਸੀ, ਉਹ ਵੀ ਲੋਪ ਹੀ ਹੋ ਗਿਆ। ਸੁਰ ਸੰਤ ਕੁਪੇ ਨਹਿ ਪੇਸ਼ ਜਏ। ਤੇ ਇਹ ਹੋ ਗਿਆ ਕਿ ਜਿਹੜੇ ਸੁਰ ਸੰਤ, ਸੁਰ ਨਾਮ ਦੇਵਤੇ, ਜਿਹੜੇ ਸੰਤ ਇਤਿਆਦਿਕ, ਇੰਨਾ ਜ਼ੁਲਮ ਹੋਇਆ ਕਿ ਸ੍ਰੇਸ਼ਟ ਗ੍ਰੰਥਾਂ ਨੂੰ ਸਾੜਿਆ। ਭਗਤੀ ਗਿਆਨ ਜਿਹੜਾ ਮਹਾਨ ਮਾਰਗ ਅਲੋਪ ਹੋ ਗਿਆ। ਐਸੇ ਹਾਲਤ ਹੋਏ ਜਦੋਂ, ਉਸ ਸਮੇਂ ਫਿਰ ਜਿਤਨੇ ਦੇਵਤੇ ਔਰ ਸੰਤ ਸਨ, ਭਾਵ ਰੱਬ ਦਾ ਨਾਮ ਲੈਣ ਵਾਲੇ, ਕੁਪੇ ਕ੍ਰੋਧਿਤ ਹੋ ਗਏ, ਭਾਵ ਕ੍ਰੋਧ ਤਾਂ ਬਹੁਤ ਹੋਇਆ। ਨਹਿ ਪੇਸ਼ ਜਾਏ, ਪਰ ਉਹਨਾਂ ਦੀ ਕੋਈ ਪੇਸ਼ ਨਹੀਂ ਸੀ ਜਾਂਦੀ, ਕੋਈ ਵਾਹ ਨਾ ਚੱਲੀ, ਕੁਝ ਕਰਨ ਜੋਗੇ ਨਹੀਂ ਸਨ। ਆਤਸ਼ੈ ਅਕੁਲਾਏ ਲਵਾਏ ਧਰਾ। ਫਿਰ ਕਹਿੰਦੇ ਆਤਸ਼ੈ ਕੀ, ਬਹੁਤ ਅਕਲਾਏ, ਵਿਆਕਲ ਹੋ ਜਾਣਾ। ਉਹ ਸਮਾਂ ਹੋਇਆ ਕਿ ਜਿਹੜੀ ਇਹ ਧਰਤੀ ਸੀ, ਧਰਾ, ਇਹ ਬਹੁਤ ਹੀ ਜ਼ਿਆਦਾ ਵਿਆਕੁਲ ਹੋ ਗਈ, ਘਬਰਾਹਟ ਵਿੱਚ ਆ ਗਈ। ਧਰਤੀ ਜਿਹੜੀ ਹੈ ਇਹ ਅਕੁਲਾਏ, ਆਤਸ਼ੈ ਅਕੁਲਾਏ ਲਵਾਏ ਧਰਾ। ਤੇ ਧਰਤੀ ਵਿਆਕੁਲ ਹੋਈ, ਕਲਮਲ ਹੋਈ ਮੇਦਨੀ। ਭਾਈ ਗੁਰਦਾਸ ਜੀ ਲਿਖਦੇ, ਇਹ ਮੇਦਨੀ ਜਿਹੜੀ ਸੀ ਨਾ, ਭਾਵ ਧਰਤੀ ਪਾਪਾਂ ਦੇ ਭਾਰ ਕਰਕੇ, ਜ਼ੁਲਮਾਂ ਦੇ ਕਰਕੇ, ਰਾਜੇ ਪਾਪ ਕਮਾਉਂਦੇ, ਉਲਟੀ ਵਾੜ ਖੇਤ ਕੋ ਖਾਈ। ਤਾਂ ਫਿਰ ਜਦੋਂ ਜ਼ੁਲਮ ਵੱਧ ਗਿਆ, ਵਿਆਕੁਲ ਹੋਈ। ਸੁਰ ਧਾਏ ਤਬੈ ਹਰ ਪਾਸ ਗਏ। ਤੇ ਜਿੰਨੇ ਦੇਵਤੇ ਸਨ ਸੁਰ, ਉਹ ਫਿਰ ਦੌੜ ਕਰਕੇ ਹਰੀ ਦੇ ਪਰਮਾਤਮਾ ਵਾਹਿਗੁਰੂ ਜੀ ਦੇ ਕੋਲ ਗਏ। ਗੁਰੂ ਨਾਨਕ ਦੇ ਮਹਾਰਾਜ ਜੀ ਦੇ ਅਵਤਾਰ ਧਾਰਨ ਤੋਂ ਪਹਿਲਾਂ ਕਲਯੁਗ ਦੇ ਪ੍ਰਭਾਵ ਦਾ ਜਿਹੜਾ ਸਮਾਂ ਦੱਸ ਰਿਹਾ, ਭਾਈ ਗੁਰਦਾਸ ਜੀ ਨੇ ਵੀ ਬੜੇ ਵਿਸਥਾਰ ਨਾਲ ਦੱਸਿਆ ਕਿ ਇਹ ਹਾਲ ਹੋ ਗਿਆ ਸੀ। ਹਜ਼ੂਰ ਵੀ ਬਾਣੀ ਵਿੱਚ ਬਚਨ ਕਰਦੇ ਨੇ, ਕਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉੱਡਰਿਆ, ਕੂੜ ਅਮਾਵਸ ਸੱਚ ਚੰਦਰਮਾ, ਦੀਸੈ ਨਾਹੀ ਕਹਿ ਚੜਿਆ। ਤੇ ਜਿਨ੍ਹਾਂ ਗ੍ਰੰਥਾਂ ਤੋਂ ਚੰਗੀ ਸਿੱਖਿਆ ਮਿਲਣੀ ਸੀ, ਪ੍ਰੇਰਨਾ ਮਿਲਣੀ ਸੀ, ਤੇ ਉਹ ਤੇ ਇਹਨਾਂ ਦੇ ਜ਼ੁਲਮਾਂ ਦੇ ਨਾਲ, ਇਹਨਾਂ ਦੇ ਮੂਰਖ ਪੁਣੇ ਨਾਲ ਉਹ ਗ੍ਰੰਥ ਹੀ ਸਾੜ ਦਿੱਤੇ। ਐਸਾ ਪਰਬਲ ਪਾਪ ਜ਼ਿਆਦੇ ਵੱਧ ਗਿਆ ਕਿ ਜਿਹੜੀਆਂ ਨੇਕੀਆਂ ਸਾਨੂੰ ਅਲੋਪ ਹੀ ਹੋ ਗਈਆਂ। ਐਸਾ ਜਦੋਂ ਕੋਈ ਭਿਆਨਕ ਸਮਾਂ ਆਇਆ, ਜਗਤ ਦਾ ਕੋਈ ਸਹਾਰਾ ਨਾ ਰਿਹਾ, ਥੰਮੈ ਕੋਏ ਨਾ ਸਾਧ ਬਿਨ, ਸਾਧ ਨਾ ਦਿਸੈ ਜਗ ਵਿੱਚ ਕੋਆ। ਭਾਈ ਗੁਰਦਾਸ ਜੀ ਕਹਿੰਦੇ ਜਦੋਂ ਕੋਈ ਥੰਮਣ ਵਾਲਾ ਹੀ ਨਹੀਂ ਸੀ, ਜਿੰਨੇ ਭਾਈ ਦੇਵਤੇ ਸੰਤ ਸਨ ਦੁਖੀ ਹੋਏ, ਤੜਫੇ, ਪਰ ਕੁਝ ਕਰ ਨਾ ਸਕੇ, ਪੇਸ਼ ਨਾ ਗਈ। ਤਾਂ ਲਾਚਾਰ ਹੋ ਕੇ ਵਿਆਕੁਲ ਹੋਈ ਧਰਤੀ, ਦੇਵਤਿਆਂ ਸਮੇਤ ਪੁਕਾਰ ਕੀਤੀ। ਉਹ ਵਾਹਿਗੁਰੂ ਦੇ ਕੋਲ ਜਾ ਕੇ ਫਰਿਆਦੀ ਹੋਏ, ਸਵਈਆ ਦਬ ਪਾਪਨ ਪੁੰਜ ਪਹਾਰਨ ਸੋ। ਹੁਣ ਇੱਥੇ ਭਾਈ ਸਾਹਿਬ ਗਿਆਨੀ ਗਿਆਨ ਸਿੰਘ ਜੀ, ਦਬ ਪਾਪਨ ਪੁੰਜ ਪਹਾਰਨ ਸੋ, ਜਿੰਨੇ ਵੀ ਕਹਿੰਦੇ ਬਹੁਤ ਵੱਡੇ ਵੱਡੇ ਪਾਪਾਂ ਦੇ ਪਹਾੜ ਬਣ ਗਏ ਤੇ ਇਹਨਾਂ ਨਾਲ ਜਿਹੜੀ ਧਰਤੀ ਦਬ ਗਈ, ਭਾਵ ਪਾਪਾਂ ਦਾ ਬਹੁਤ ਹੀ ਜ਼ਿਆਦੇ ਪਹਾੜ ਰੂਪ ਦੇ ਵਿੱਚ ਹੀ, ਜਿਵੇਂ ਪਹਾੜ ਕਿੱਡਾ ਵੱਡਾ ਹੁੰਦਾ ਹੈ,
ਇਉਂ ਪਾਪਾਂ ਦੇ ਪਹਾੜ ਲਾਗੇ ਧਰਤੀ ਤੇ। ਧਰਤੀ ਦੁਖੀ ਹੋਈ ਅਤ ਆਰਤ ਜੋ ਧਰ ਬੈਨ ਰਟੇ। ਔਰ ਜਿਤਨੀ ਜਿਹੜੀ ਧਰਤੀ ਹੈ, ਜਦੋਂ ਧਰਤੀ ਨੇ ਦੁਖੀ ਹੋ ਕੇ ਬਚਨ ਕਹੇ, ਫਿਰ ਉਸ ਸਮੇਂ ਅਕਾਲ ਪੁਰਖ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਅਰਦਾਸ ਕੀਤੀ। ਧਰਤੀ ਨੇ ਕਾਲਵਲ ਹੋਈ ਮੇਦਨੀ ਅਰਦਾਸ ਕਰਦੀ ਹੈ ਕਿ ਕਿਰਪਾ ਕਰ ਹੇ ਅਕਾਲ ਪੁਰਖ, ਮੇਰੇ ਤੇ ਤਾਂ ਪਾਪ ਜ਼ੁਲਮ ਵੱਧ ਗਏ ਹਨ। ਸੁਨ ਤਾਹੇ ਪੁਕਾਰ ਦਾਤਾਰ ਪ੍ਰਭੂ। ਤੇ ਜਦੋਂ ਅਕਾਲ ਪੁਰਖ ਅੱਗੇ ਧਰਤੀ ਨੇ, ਦੇਵਤਿਆਂ ਨੇ ਪੁਕਾਰਾਂ ਕੀਤੀਆਂ ਤੇ ਉਸ ਸਮੇਂ ਫਿਰ ਸੁਣੀ ਪੁਕਾਰ ਦਾਤਾਰ ਪ੍ਰਭ। ਭਾਈ ਗੁਰਦਾਸ ਜੀ ਵੀ ਲਿਖਦੇ ਆ ਕਿ ਉਸ ਦਾਤਾਰ ਨੇ ਧਰਤੀ ਦੀ ਪੁਕਾਰ ਸੁਣੀ। ਪਰਮੇਸ਼ਰ ਨੇ ਅਵਤਾਰ ਗੁਰੂ ਜਗ ਮਹਿ ਪਠੇ। ਤਾਂ ਅਵਤਾਰ ਗੁਰੂ ਹੋ ਕੇ, ਭਾਵ ਗੁਰੂ ਅਵਤਾਰ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦਾ ਸਰੂਪ ਹੋ ਕਰਕੇ ਜਗਤ ਵਿੱਚ ਆਪਣਾ ਹੀ ਸਰੂਪ ਬਣਾ ਕੇ ਗੁਰੂ ਨਾਨਕ ਦੇ ਮਹਾਰਾਜ ਜੀ ਪਠੇ ਕਹੀਏ ਭੇਜੇ। ਪਠੇ ਕਹੀਏ ਆਉਣਾ, ਭਾਵ ਪਰਮਾਤਮਾ ਸਰੂਪ ਸਰਗੁਣ ਬ੍ਰਹਮ ਰੂਪ ਨੂੰ ਆਪਣੇ ਨੂੰ ਅਕਾਲ ਪੁਰਖ ਨਿਰਗੁਣ ਨੇ ਭੇਜ ਦਿੱਤਾ। ਗੁਰੂ ਨਾਨਕ ਸਰੂਪ ਆਏ। ਤਮ ਤੇਜ ਤੁਰਕ ਦੁਰਕ ਕੁਮਤ। ਤਮ ਤੇਜ ਤੁਰਕ ਦੁਰਤ ਕੁਮਤ। ਤਮ ਨਾਮ ਹੈ ਤਮਾ ਦਾ, ਇਹ ਜਿਹੜੀ ਬਹੁਤ ਜ਼ਿਆਦਾ ਤਮਾ ਹੋ ਜਾਣੀ। ਤੇਜ ਤੁਰਕ, ਤਮ ਨਾਮ ਹਨੇਰੇ ਦਾ ਵੀ ਹੈ, ਤਮਾ ਹਨੇਰਾ ਰੂਪ ਹੋ ਜਾਂਦਾ। ਤੇ ਤੇਜ ਤੁਰਕ, ਤੁਰਕ ਨਾਮ ਹੈ ਤੁਰਕਾਂ ਦਾ। ਉਸ ਸਮੇਂ ਤੁਰਕਾਂ ਦਾ ਜਿਹੜਾ ਤੇਜ ਸੀ, ਦੁਰਤ ਨਾਮ ਪਾਪ ਦਾ ਹੈ, ਕੁਮਤ ਨਾਮ ਖੋਟੀ ਮਤ ਦਾ ਹੈ। ਇਸ ਤਰ੍ਹਾਂ ਤਮ ਤੇਜ ਤੁਰਕ ਦੁਰਤ ਕੁਮਤ, ਜਿੰਨੇ ਵੀ ਤੁਰਕ ਸਨ ਨਾ, ਤੇ ਉਸ ਸਮੇਂ ਇਹ ਸਾਰਾ ਜਿੰਨਾ ਤੁਰਕਾਂ ਦਾ ਤੇਜ ਰੂਪ ਇੱਕ ਹਨੇਰਾ ਛਾਇਆ ਹੋਇਆ ਸੀ। ਅਗਿਆਨਤਾ ਫੈਲੀ ਹੋਈ ਸੀ ਤੁਰਕਾਂ ਦੇ ਜ਼ੁਲਮਾਂ ਦੀ। ਭਾਵ ਤੁਰਕਾਂ ਨੇ ਇੰਨਾ ਤੇਜ ਅੰਧਾ ਧੁੰਦ ਮਚਾ ਦਿੱਤਾ। ਨਖਤ ਗੁਰੂ ਰਾਵ ਲੱਖ ਲਟੇ। ਤਾਂ ਉਸ ਸਮੇਂ ਜਿੰਨੇ ਵੀ ਜਿਵੇਂ ਤਾਰੇ ਛਪੇ ਅੰਧੇਰ ਪਲੋਆ, ਇਹ ਹਾਲਾਤ ਹੋ ਗਏ ਸਨ। ਤਾਂ ਜਿਹੜੇ ਗੁਰੂ ਸਾਹਿਬਾਨ ਹੈ, ਭਾਈ ਗੁਰਦਾਸ ਜੀ ਨੇ ਵੀ ਲਿਖਿਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਭਾਈ ਸੂਰਜਵਤ ਹੋਏ ਤਾਂ ਫਿਰ ਕੀ ਰੂਪ ਕੀ ਹੋਇਆ। ਗੁਰੂ ਨਾਨਕ ਦੇ ਪਾਤਸ਼ਾਹ ਸੂਰਜ ਸਰੂਪ ਨੂੰ ਵੇਖ ਕੇ ਜਿੰਨਾ ਤੁਰਕਾਂ ਦਾ ਤੇਜ ਹਨੇਰਾ ਸੀ, ਜਿਵੇਂ ਸੂਰਜ ਨਿਕਲੇ ਤੋਂ ਹਨੇਰਾ ਵੀ ਦੌੜ ਜਾਂਦਾ ਤੇ ਤਾਰੇ ਵੀ ਛੁਪ ਜਾਂਦੇ ਨੇ, ਇਸ ਤਰ੍ਹਾਂ ਤੁਰਕਾਂ ਦਾ ਤੇਜ ਪ੍ਰਤਾਪ ਵੀ ਘਟਣਾ ਸ਼ੁਰੂ ਹੋ ਗਿਆ। ਪਾਪ ਖੋਟੀ ਮਤ ਰੂਪ ਤਾਰੇ ਵੀ ਸਾਰੇ ਛੁਪ ਗਏ। ਕਲ ਅੰਧ ਅਭਦਰ ਹੇ ਮਦਰ ਪਾਪ। ਇਸ ਤਰ੍ਹਾਂ ਵੱਖ-ਵੱਖ ਜਿਹੜੀਆਂ ਨੇ ਨਾ ਛਾਪੇ ਹੈ, ਜਿਹੜਾ ਸ੍ਰੀ ਗੁਰੂ ਪੰਥ ਪ੍ਰਕਾਸ਼ ਹੈ ਗਿਆਨੀ ਗਿਆਨ ਸਿੰਘ ਜੀ ਦਾ, ਤੇ ਕੁਝ ਐਸੀਆਂ ਨੇ ਉਹਨਾਂ ਦੇ ਵਿੱਚ ਅਭਦਰ ਹੈ ਮਦਰ ਜਿਹੜਾ ਹੈ ਉਹ ਵੀ ਪਦਛੇਦ ਕਰਕੇ ਵੀ ਛਾਪਿਆ ਹੋਇਆ। ਭਦਰ ਹੈ ਮਦਰ, ਹਾਹਾ ਜਿਹੜਾ ਹੈ ਉਹ ਅਭਦਰ ਹੈ ਹੇ ਮਦਰ, ਤੇ ਹੇ ਜਿਹੜਾ ਹੈ ਉਹ ਅਭਦਰ ਹੈ ਦੇ ਨਾਲ ਲਾਤਨਾ, ਭਦਰ ਦੇ ਨਾਲ ਲਾ ਕੇ ਅਭਦਰ ਹੈ ਮਦਰ। ਇਸ ਤਰ੍ਹਾਂ ਵੀ ਸ਼ਬਦ ਲਿਖਿਆ ਹੋਇਆ ਹੈ, ਪਰ ਮੁੱਖ ਰੂਪ ਦੇ ਵਿੱਚ ਕਲ ਅੰਧ ਅਭਦਰ ਹਿਮਦਰ ਪਾਪ। ਭਾਈ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਕਿ ਉਹ ਸਮਾਂ ਕਲਯੁਗ ਦਾ ਕਾਲ ਅਗਿਆਨਤਾ ਐਸੀ ਹੋਈ, ਅਭਦਰ ਕਹੀਏ ਜਿਹੜਾ ਜਿਹਦੇ ਵਿੱਚ ਕਲਿਆਣ ਧਨ ਹੋਵੇ, ਏਡੇ ਵੱਡੇ ਵੱਡੇ ਦੁੱਖ, ਜਿਵੇਂ ਵੱਡੇ ਫਿਰ ਹਿਮਦਰ ਨਾਮ ਹੈ ਹਿਮਾਲਾ ਪਰਬਤ ਦਾ, ਹਿਮ ਅਦਰ, ਹਿਮ ਨਾਮ ਬਰਫ ਕਹਿ ਲੋ, ਹਿਮ ਅਦਰ ਨਾਮ ਹੈ ਪਹਾੜ ਦਾ, ਬਰਫ ਦਾ ਹੀ ਪਹਾੜ ਜਿਹੜਾ ਹਿਮਾਲਾ। ਇਸ ਤਰ੍ਹਾਂ ਦਾ ਹਾਲ ਹੋ ਗਿਆ ਕਿ ਕਲਯੁਗ ਦਾ ਜਿਹੜਾ ਸਮਾਂ ਸੀ, ਅਗਿਆਨ ਦੁੱਖ ਤੇ ਪਾਪ ਰੂਪੀ ਹਿਮਾਲਯ ਪਹਾੜ ਹੀ ਬਣੇ ਪਏ ਧਰਤੀ ਤੇ। ਸੋ ਬੱਦਰ ਧੁੰਦ ਮਨਿੰਦ ਫਟੇ। ਫਿਰ ਬੱਦਰ ਨਾਮ ਧੁੰਦ ਦੇ ਬੱਦਲ ਹਨ, ਮਨਿੰਦ ਕਈ ਵਾਂਗੂ।
ਤੇ ਇਸ ਹਿਮਾਲੇ ਪਹਾੜ ਧੁੰਦ ਦੇ ਬੱਦਲਾਂ ਵਾਂਗੂ ਇਹ ਚੰਗੀ ਤਰ੍ਹਾਂ ਫਟ ਗਏ, ਨਾਸ਼ ਹੋ ਗਏ। ਪਾਪ ਰੂਪੀ ਹਿਮਾਲਾ ਜਿਵੇਂ ਧੁੰਦ ਦੇ ਪਹਾੜ ਹੋ ਜਾਂ ਬੱਦਲਾਂ ਦਾ ਪਹਾੜ ਜਿਹਾ ਬਣ ਜਾਂਦਾ ਹੈ, ਇਉਂ ਭਾਈ ਪਾਪਾਂ ਦੇ ਪਹਾੜ ਸਨ, ਲੇਕਿਨ ਜਦੋਂ ਸੂਰਜ ਚੜ੍ਹਿਆ ਹੋਵੇ ਉਹ ਬੱਦਲਾਂ ਦਾ ਪਹਾੜ ਜੇ ਹੁੰਦੇ ਆ, ਖਤਮ ਹੋ ਜਾਂਦੇ ਨੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਗੁਰਮੁਖੋ ਧਰਤੀ ਤੇ ਆਏ, ਅਵਤਾਰ ਧਾਰਿਆ, ਪਾਪਾਂ ਦੇ ਬੋਝ ਹੇਠ ਦੱਬੀ ਹੋਈ ਧਰਤੀ ਹੈ, ਕਸ਼ਟ ਦੁੱਖਾਂ ਦੇ ਵਿੱਚ ਘਬਰਾਈ ਹੋਈ, ਅਕਾਲ ਪੁਰਖ ਪਰਮਾਤਮਾ ਦੇ ਦਰ ਤੇ ਫਰਿਆਦੀ ਹੋਈ, ਕਲਮਲ ਹੋਈ ਮੇਦਨੀ, ਅਰਦਾਸ ਕਰੇ ਲਿਵ ਲਾਏ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰਮੁਖੋ ਬਚਨ ਆਉਂਦਾ ਹੈ, ਸੱਚਾ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ। ਧਰਤੀ ਦੀ ਫਰਿਆਦ ਸੁਣੀ, ਦਤਾਰ ਪਰਮੇਸ਼ਰ ਨੇ ਗੁਰੂ ਨਾਨਕ ਦੇ ਮਹਾਰਾਜ ਨੂੰ ਆਪਣਾ ਸਰਗੁਣ ਸਰੂਪ ਜਗਤ ਗੁਰੂ ਥਾਪ ਕੇ ਜਗਤ ਦੇ ਵਿੱਚ ਭੇਜਿਆ। ਸੁਣੀ ਪੁਕਾਰ ਦਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਆਏ, ਤੁਰਕਾਂ ਦਾ ਜਿਹੜਾ ਤੇਜ ਰੂਪ ਹਨੇਰਾ ਸੀ ਉਹ ਮਿਟ ਗਿਆ। ਜਿੰਨੇ ਦੁੱਖ ਪਾਪ ਹਿਮਾਲੈ ਪਹਾੜ ਧੁੰਦ ਦੇ ਬੱਦਲਾਂ ਵਾਂਗੂ ਖਿੰਡ ਗਏ, ਸਤਿਗੁਰ ਨਾਨਕ ਪ੍ਰਗਟਿਆ। ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਤੋ ਇੱਥੋਂ ਪਤਾ ਲੱਗਦਾ ਹੈ ਕਿ ਭਾਈ ਗਿਆਨੀ ਸੰਤੋਖ ਸਿੰਘ ਜੀ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਵੀ ਅਧਿਐਨ ਕੀਤਾ। ਇਉਂ ਗੁਰੂ ਨਾਨਕ ਦੇ ਪਾਤਸ਼ਾਹ ਦੇ ਰੂਪ ਵਿੱਚ ਆਏ। ਤਾਂ ਸਵਾਲ ਇਹ ਹੈ ਕਿ ਗੁਰੂ ਨਾਨਕ ਦੇ ਮਹਾਰਾਜ ਫਿਰ ਹੈ ਕੌਣ ਸੀ? ਕੋਈ ਦੇਵਤੇ ਸਨ, ਕੋਈ ਵੱਖਰਾ ਅਵਤਾਰ ਪੈਗੰਬਰ ਸੀ? ਤਾਂ ਗਿਆਨੀ ਗਿਆਨ ਸਿੰਘ ਜੀ ਅੱਗੇ ਗੁਰੂ ਨਾਨਕ ਸਰੂਪ ਵਾਹਿਗੁਰੂ ਰੂਪ ਹੀ ਦੱਸ ਕੇ ਮੰਗਲ ਕਰਦੇ ਹਨ। ਸਭਈਆ ਅਜ ਆਦ ਅਨਾਦ ਅਮਾਏ ਅਕਾਏ। ਅੱਜ ਨਾਮ ਹੈ ਆ, ਜਾ ਨਾਮ ਜਨਮ, ਆ ਮੂਹਰੇ ਲੱਗ ਗਿਆ ਅੱਜ, ਭਾਵ ਜਨਮ ਤੋਂ ਰਹਿਤ। ਆਦ ਨਾਮ ਹੈ ਮੁੱਢ ਸਰੂਪ, ਅਨਾਦ ਜੀ ਦਾ ਕਦੇ ਮੁੱਢ ਨਹੀਂ, ਜੋ ਕਿ ਆਦ ਤੋਂ ਰਹਿਤ ਹੈ, ਉਤਪਤੀ ਤੋਂ ਵੀ ਰਹਿਤ ਹੈ। ਅਮਾਏ ਕਹੀਏ ਮਾਇਆ ਤੋਂ ਰਹਿਤ ਹੈ। ਅਕਾਏ, ਕਾਏ ਨਾਮ ਸਰੀਰ ਦਾ, ਜੋ ਸਰੀਰ ਤੋਂ ਵੀ ਰਹਿਤ ਹੈ। ਜਿਹੜਾ ਵਾਹਿਗੁਰੂ ਭਾਈ ਜਨਮ ਤੋਂ ਵੀ ਰਹਿਤ ਹੈ ਔਰ ਸਾਰਿਆਂ ਦਾ ਮੂਲ ਕਾਰਨ ਹੈ। ਉਹਦਾ ਕੋਈ ਮੁੱਢ ਨਹੀਂ, ਆਦ ਤੋਂ ਵੀ ਰਹਿਤ ਹੈ, ਮਾਇਆ ਤੋਂ ਵੀ ਰਹਿਤ ਹੈ, ਉਹਦਾ ਕੋਈ ਸਰੀਰ ਨਹੀਂ ਹੈ। ਐਸਾ ਜੋ ਪਰਮੇਸ਼ਰ ਹੈ, ਅਨੀਹੀ ਅਜੋਨ ਅਜੈ ਅਬਿਨਾਸ਼ੀ। ਤੇ ਜੋ ਅਨੀਹੀ ਹੈ, ਅਨੀਹ ਕਹੀਏ ਭਾਵ ਨਿਰਛਤ ਹੈ, ਇੱਛਾ ਤੋਂ ਰਹਿਤ ਹੈ, ਅਵਿਨਾਸ਼ੀ ਨਾਸ਼ ਤੋਂ ਰਹਿਤ ਹੈ। ਐਸਾ ਜੋ ਅਕਾਲ ਪੁਰਖ, ਜੋ ਸਰੀਰ ਰਹਿਤ, ਇੱਛਾ ਰਹਿਤ, ਉਹ ਜੋਨੀ ਰਹਿਤ ਹੈ, ਜੂਨਾ ਵਿੱਚ ਨਹੀਂ ਆਉਂਦਾ, ਅਜਿੱਤ ਹੈ, ਜਿੱਤਿਆ ਨਹੀਂ ਜਾਂਦਾ, ਨਾਸ਼ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ। ਚਤੁਰਾਨਨ ਆਨਨ ਪੰਚ ਖੜਾਨਨ। ਫਿਰ ਅੱਗੇ ਕਹਿੰਦੇ ਚਤੁਰਾਨਨ, ਚੌਂ ਮੁਖ। ਚਤੁਰਾਨਨ ਕਹਿੰਦੇ ਨੇ ਬ੍ਰਹਮੇ ਨੂੰ, ਉਹਦੇ 4 ਮੂੰਹ ਲਿਖੇ ਨੇ ਬ੍ਰਹਮੇ ਦੇ ਗ੍ਰੰਥਾਂ ਵਿੱਚ, ਇਸ ਤਰ੍ਹਾਂ ਉਹਨੂੰ ਚਤੁਰਾਨਨ ਲਿਖਿਆ। ਚਤੁਰ 4, ਆਨਨ ਨਾਮ ਹੈ ਮੁਖ ਦਾ, ਆਨਨ ਪੰਜ ਮੂੰਹਾਂ ਵਾਲਾ, ਸ਼ਿਵ ਆਨਨ ਮੁਖ, ਪੰਜ ਖੜਾਨਨ ਕਹੀਏ 6 ਮੂੰਹਾਂ ਵਾਲਾ, ਸ਼ਿਆਮ ਕਾਰਤਿਕ। ਇਸ ਤਰ੍ਹਾਂ ਬ੍ਰਹਮਾ ਸ਼ਿਵ ਸ਼ਿਆਮ ਕਾਰਤਿਕ ਇਤਿਆਦਿਕ ਵੀ ਜੋ ਹਨ, ਜਾ ਸਹਿਸਾਨਨ ਅੰਤ ਨ ਪਾਸੀ। ਸਹਿਸਾਨਨ ਕਹੀਏ ਜਿਹੜਾ ਸਹਿਸ ਆਨਨ, 1000 ਮੁਖ ਵਾਲਾ ਕੌਣ ਹੈ ਭਾਈ? ਉਹ ਆਪਾਂ ਹੁਣ ਪੜ੍ਹਦੇ ਆ, ਜਿਹੜੇ ਸੁਣਦੇ ਰਹਿੰਦੇ ਆ ਕਥਾ, ਉਹਨਾਂ ਨੂੰ ਪਤਾ 1000 ਮੂੰਹਾਂ ਵਾਲਾ ਸ਼ੇਸ਼ਨਾਗ ਕਿਹਾ। ਤੇ ਉਹ ਵੀ ਇਤਿਆਦਿਕ ਸਾਰੇ, ਭਾਵ ਕੀ ਬਣ ਗਿਆ? ਬ੍ਰਹਮਾ ਸ਼ਿਵ ਸ਼ਿਆਮ ਕਾਰਤਿਕ ਸ਼ੇਸ਼ਨਾਗ ਵੀ ਜਿਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਅੰਤ ਨਹੀਂ ਪਾ ਸਕਦੇ ਹਨ। ਜਗ ਕਾਰਕ ਪਾਰਕ ਹਾਰਕ ਜੋ। ਤੇ ਐਸਾ ਜੋ ਪਰਮਾਤਮਾ ਹੈ, ਜਗ ਕਾਰਕ ਪਾਰਕ ਹਾਰਕ, ਸਾਰੇ ਜਗਤ ਦਾ ਉਹ ਕਾਰਕ ਵੀ ਹੈ, ਕਾਰਨ ਵੀ ਹੈ, ਜਗਤ ਨੂੰ ਪੈਦਾ ਕਰਨ ਵਾਲਾ। ਪਾਰਕ ਨਾਮ ਪਾਲਣਾ ਕਰਨ ਵਾਲਾ, ਹਾਰਕ ਨਾਮ ਨਾਸ਼ ਕਰਨ ਵਾਲਾ। ਜੋ ਵਾਹਿਗੁਰੂ ਭਾਈ ਸਾਰੇ ਜਗਤ ਦੀ ਉਤਪਤੀ, ਪਾਲਣਾ ਤੇ ਲੈਤਾ ਕਰਨ ਵਾਲਾ ਪਰਮੇਸ਼ਰ, ਹਾਰਕ ਹਰਨ ਭਰਨ ਕਰਨ ਵਾਲਾ ਹੈ। ਸਤ ਚੇਤਨ ਆਨੰਦ ਵਿਸ਼ਵ ਪ੍ਰਕਾਸ਼ੀ। ਜੋ ਸਤ ਚੇਤਨ ਆਨੰਦ ਸਰੂਪ ਹੈ ਪਰਮਾਤਮਾ,
ਸਤ ਚੇਤਨ ਆਨੰਦ, ਆਪਾਂ ਹੁਣ ਪਿੱਛੇ ਗੱਲ ਆ ਗਈ ਸਤ ਚੇਤਨ ਆਨੰਦ ਦੀ, ਤਾਂ ਇਹ ਸਾਰੇ ਵਿਸ਼ਵ ਸੰਸਾਰ ਨੂੰ ਪ੍ਰਕਾਸ਼ ਕਰਨ ਵਾਲਾ ਜੋ ਪਰਮਾਤਮਾ ਸਾਰੇ ਸੰਸਾਰ ਦਾ ਪ੍ਰਕਾਸ਼ਕ ਹੈ, ਐਸਾ ਜੋ ਅਕਾਲ ਪੁਰਖ ਹੈ। ਦੱਸਦੇ ਨੇ ਕਿ ਗੁਰੂ ਨਾਨਕ ਦੇਵ ਮਹਾਰਾਜ ਕੌਣ ਹੈ। ਇਹ ਹੁਣ ਇਹ ਗੱਲਾਂ ਤਾਂ ਗ੍ਰੰਥੋਂ, ਅੱਜ ਕੱਲ ਤਾਂ ਕਿਸੇ ਨੂੰ ਆਮ ਬੁੱਧੀਜੀਵੀ ਬਹੁਤ ਹੋ ਗਏ ਆ, ਉਹ ਚੱਜ ਨਾਲ ਗੁਰੂ ਨਾਨਕ ਦੇ ਪਾਤਸ਼ਾਹ ਦਾ ਨਾਂ ਹੀ ਨਹੀਂ ਲੈਣ ਨੂੰ ਤਿਆਰ। ਇਸ ਕਰਕੇ ਹੁਣ ਦੁਨੀਆ ਦੁਬਦਾ ਚ, ਕਈ ਸਮਾਜ ਸੇਵੀ ਕਹਿੰਦੇ ਕੋਈ ਇੰਨਾ ਕੀ ਹੈ, ਦੇਖੋ ਜੀ ਛੋਟੇ ਛੋਟੇ ਕੰਮਾਂ ਵਾਲੇ ਪਾਸੇ ਨੂੰ ਕਿ ਗੁਰੂ ਨਾਨਕ ਬਾਬਾ ਨਾਨਕ ਐਂ ਕਰਦਾ ਹੈ, ਐਂ ਉਹ ਜਿਵੇਂ ਕੋਈ ਆਮ ਬਜ਼ੁਰਗ ਹੁੰਦਾ ਨਾ ਉਸ ਤਰ੍ਹਾਂ ਉਹਦੇ ਬਾਰੇ ਦੱਸਣਾ ਹੋਵੇ। ਇਹ ਅਕਾਲ ਪੁਰਖ ਹੈ ਪਰਮਾਤਮਾ ਗੁਰੂ ਨਾਨਕ ਦੇਵ ਮਹਾਰਾਜ। ਤੇ ਗਿਆਨੀ ਗਿਆਨ ਸਿੰਘ ਜੀ ਵਰਗੇ ਜਿਹੜੇ ਵਿਦਵਾਨ ਗੁਰਮੁਖ ਹੈ, ਇਹਨਾਂ ਨੂੰ ਜਦੋਂ ਆਪਾਂ ਪੜਾਂਗੇ, ਗੁਰਮੁਖੋ ਸੁਣਾਂਗੇ, ਫੇਰ ਹੀ ਇਹ ਗੱਲਾਂ ਦਾ ਪਤਾ ਲੱਗਦਾ ਕਿ ਐਸਾ ਜੋ ਪਰਮਾਤਮਾ ਹੁਣ ਤੱਕ ਦੱਸਤਾ, ਜੋ ਐਸਾ ਬ੍ਰਹਮ ਪਰਮੇਸ਼ਰ ਹੈ ਜਿਹਦਾ ਅੰਤ ਬ੍ਰਹਮਾ ਵਿਸ਼ਨ ਸ਼ੇਸ਼ ਨਾਦ ਇਤਿਆਦਿਕ ਵੀ ਨਹੀਂ ਪਾ ਸਕਦੇ, ਸੋ ਹਰ ਜੂ ਜਨ ਧਾਰਨ ਕੋ। ਤੋ ਉਸ ਪਰਮੇਸ਼ਰ ਵਾਹਿਗੁਰੂ ਨੇ ਹੀ ਸੰਸਾਰ ਨੂੰ ਤਾਰਨ ਵਾਸਤੇ, ਇਹ ਮਨੁੱਖਤਾ ਦੇ ਭਲੇ ਵਾਸਤੇ, ਮਨੁੱਖਤਾ ਨੂੰ ਤਾਰਨ ਵਾਸਤੇ ਗੁਰੂ ਨਾਨਕ ਰੂਪ ਭਇਓ ਸੁਖ ਰਾਸੀ। ਸੁਖ ਰਾਸੀ, ਸੁੱਖਾਂ ਦੀ ਹੱਦ, ਗੁਰੂ ਨਾਨਕ ਰੂਪ ਹੋ ਕਰਕੇ ਐਸਾ ਸੁੱਖਾਂ ਦੀ ਹੱਦ, ਸੁੱਖਾਂ ਦੀ ਰਾਸ ਵਾਹਿਗੁਰੂ ਉਸ ਪਰਮੇਸ਼ਰ ਨੇ ਸਾਰੇ ਜਗਤ ਨੂੰ ਤਾਰਨ ਦੇ ਵਾਸਤੇ ਗੁਰੂ ਨਾਨਕ ਸਰੂਪ ਹੋ ਕੇ ਜਗਤ ਵਿੱਚ ਆਏ। ਤੋਂ ਦੱਸਿਆ ਕਿ ਭਾਈ ਗੁਰੂ ਨਾਨਕ ਦੇ ਮਹਾਰਾਜ ਅਕਾਲ ਪੁਰਖ ਹੈ, ਸਰੂਪ ਹੈ, ਤੇ ਸੰਸਾਰ ਵਿੱਚ ਆਉਣਾ। ਜੇ ਆਪਾਂ ਭੱਟਾਂ ਦੀ ਬਾਣੀ ਪੜ੍ਹੀਏ, ਗੁਰੂ ਗ੍ਰੰਥ ਸਾਹਿਬ 'ਚ ਵੀ ਇਹੀ ਬਚਨ ਆਉਂਦੇ ਹਨ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਇਹ ਗੁਰੂ ਨਾਨਕ ਕੌਣ ਹੈ? ਜੋਤ ਰੂਪ ਹਰ ਆਪ। ਬਚਨ ਆਉਂਦੇ ਆ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਗੁਰੂ ਨਾਨਕ ਸਾਹਿਬ ਜੀ ਨੂੰ ਵਾਹਿਗੁਰੂ ਰੂਪ ਕਹਿਣਾ, ਇਹ ਸਮਝੋ ਕਿ ਗਿਆਨੀ ਗਿਆਨ ਸਿੰਘ ਜੀ ਦੀ ਅਨੰਨ ਸਿੱਖੀ ਦਾ ਭਾਵ ਹੈ। ਇੱਥੇ ਇੰਨੇ ਬੇਅੰਤ ਗੁਣਾ ਵਾਲਾ ਜੋ ਵਾਹਿਗੁਰੂ ਹੈ, ਉਹ ਗੁਰੂ ਨਾਨਕ ਸਰੂਪ ਦੇ ਵਿੱਚ ਮੂਰਤੀਵਾਨ ਹੋਇਆ। ਤੇ ਇਸ ਤਰ੍ਹਾਂ ਧਰਮ ਦੀ ਪਾਲਣਾ, ਜੀਵਾਂ ਦੇ ਕਰਮ ਸੁਧਾਰ, ਸਾਰੀ ਮਨੁੱਖਤਾ ਜਗਤ ਨੂੰ ਤਾਰ ਕੇ ਆਪਣੇ ਨਾਲ ਹੀ ਭੇਦ ਕਰਨ ਵਾਸਤੇ ਗੁਰੂ ਨਾਨਕ ਸਰੂਪ ਪ੍ਰਗਟ ਹੋਏ। ਸਵਈਆ ਭਾਵ ਪਾਰ ਉਤਾਰਨ ਹੇਤ ਹਰੀ। ਹੁਣ ਅੱਗੇ ਗੁਰੂ ਨਾਨਕ ਦੇ ਮਹਾਰਾਜ ਤੇ 10 ਸਰੂਪਾਂ ਦਾ ਜਿਹੜਾ ਮੰਗਲ ਕਰਦੇ ਆ, ਕਿ ਉਸ ਨੇ ਫਿਰ ਜਗਤ ਨੂੰ ਤਾਰਨ ਵਾਸਤੇ ਗੁਰੂ ਨਾਨਕ ਸਰੂਪ ਹੋ ਕੇ ਆਏ ਤੇ ਕੀਤਾ ਕਿ ਭਾਵ ਭਾਰ ਉਤਾਰਨ ਹੇਤ ਹਰੀ। ਭਾਵ ਨਾਮ ਹੈ ਸੰਸਾਰ ਦਾ, ਹੇਤ ਕਹੀਏ ਵਾਸਤੇ ਹਰੀ ਅਕਾਲ ਪੁਰਖ ਨੇ। ਅਕਾਲ ਪੁਰਖ ਨੇ ਸੰਸਾਰ ਦਾ ਪਾਪਾਂ ਰੂਪੀ ਜਿਹੜਾ ਭਾਰ ਸੀ ਉਹ ਉਤਾਰਨ ਦੇ ਵਾਸਤੇ ਅਵਤਾਰ ਲਿਓ ਪਰਮਾਨਕ ਜੂ। ਤੇ ਭਾਈ ਪ੍ਰਮਾਣਿਕ ਤੋਂ ਭਾਵ ਹੈ ਪ੍ਰਮਾਣਿਕ, ਮੰਨਣਯੋਗ, ਯਥਾਰਥ, ਪੂਰਨ। ਇਹ ਤੇ ਕਿੰਨੇ ਅਰਥ ਹੋ ਜਾਂਦੇ ਆ। ਗੁਰੂ ਨਾਨਕ ਦੇ ਮਹਾਰਾਜ ਦਾ ਪੂਰਨ ਅਵਤਾਰ ਧਾਰਿਆ। ਗੁਰੂ ਨਾਨਕ ਸਾਹਿਬ ਜੀ ਇਹ ਨਹੀਂ ਕੋਈ ਗਿਣਤੀ ਕਹਿ ਸਕਦੇ 14 ਕਲਾ ਸੀ ਕਿ 16 ਕਲਾ ਸੀ, ਨਹੀਂ, ਅਨੰਤ ਕਲਾ ਹੋਏ ਠਾਕੁਰ ਚੜਿਆ। ਪੂਰਨ ਉਹ ਹੁੰਦਾ ਇੱਕ, ਗੁਰੂਆਂ ਦੇ ਕਿੰਨੇ ਭੇਦ ਨੇ। ਗੁਰੂ ਗੁਰਮੁਖੋ ਇੱਕ ਨਹੀਂ ਹੈ, ਕਿੰਨੇ ਗੁਰੂਆਂ ਦੇ ਭੇਦ ਦੱਸੇ ਆ, ਪਰ ਪੂਰਨ ਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਹੋਏ ਨੇ ਤੇ ਗੁਰੂ ਨਾਨਕ ਸਰੂਪ ਦੇ ਵਿੱਚ ਅਵਤਾਰ ਲਿਆ। ਹੁਣ ਤਾਂ ਕਹਿੰਦੇ ਜੀ ਅਵਤਾਰ ਨਾ ਕਹੋ, ਇਹ ਇਸ ਗੱਲ ਤੇ ਵੀ ਬੜਾ ਕਿੰਤੂ ਪ੍ਰੰਤੂ ਹੁੰਦਾ। ਤੇ ਅਵਤਾਰ ਤਾਂ ਇਹ ਜਿਹੜਾ ਸ਼ਬਦ ਹੈ, ਇਹਦਾ ਭਾਵ ਕੀ ਹੈ? ਅਵਤਰਨ ਹੋਣਾ, ਆਉਣਾ, ਜੋ ਜਗਤ ਤੇ ਆਏ ਸੰਸਾਰ ਤੇ। ਇਸ ਕਰਕੇ ਅਵਤਾਰ ਸ਼ਬਦ ਕੋਈ ਮਾੜਾ ਨਹੀਂ। ਭਾਵ ਭਾਰ ਉਤਾਰਨ ਹੇਤ ਹਰੀ, ਅਵਤਾਰ ਲਿਓ ਪਰਮਾਨਕ ਜੂ। ਗੁਰੂ ਨਾਨਕ ਸਰੂਪ ਵਿੱਚ ਅਵਤਾਰ ਲਿਆ। ਅਟ ਦੇਸ਼ ਬਦੇਸ਼ ਅਸ਼ੇਸ਼ ਧਰਾ। ਫਿਰ ਅੱਗੇ ਆ ਗਿਆ ਅਟ ਕਹੀਏ ਉਹਨਾਂ ਨੇ ਕੀ ਕੀਤਾ, ਤਾਰਿਆ ਕਿਵੇਂ? ਜਿਹੜਾ ਭਾਰ ਸੀ ਉਹ ਇਹ ਕਿਵੇਂ ਤਾਰਿਆ, ਗੱਲ ਇਹ ਵੀ ਵਿੱਚੋਂ ਆ ਗਈ। ਤਾਂ ਅਟ ਦਾ ਭਾਵ ਹੈ ਵਿਚਰਨਾ, ਫਿਰ ਤੁਰ ਕੇ।
ਕਿੱਥੇ? ਦੇਸ਼ ਵਿਦੇਸ਼, ਦੇਸ਼ਾਂ ਤੇ ਪ੍ਰਦੇਸ਼ਾਂ ਵਿੱਚ ਅਸ਼ੇਸ਼। ਅਸ਼ੇਸ਼ ਦਾ ਭਾਵ ਹੈ ਜਿਹੜਾ ਹੈ ਅਸ਼ੇਸ਼, ਸਾਰੀ। ਅਸ਼ੇਸ਼ ਦਾ ਭਾਵ ਹੈ ਕੁੱਲ, ਧਰਾ, ਭਾਵ ਜਿੰਨੇ ਵੀ ਗੁਰੂ ਸਾਹਿਬ ਨੇ ਦੇਸ਼ਾਂ ਪ੍ਰਦੇਸ਼ਾਂ ਔਰ ਸਾਰੀ ਧਰਤੀ ਉੱਤੇ ਫਿਰ ਕਰਕੇ ਵਿਚਰ ਕਰਕੇ ਰਟ ਬਾਨ ਮਹਾ ਸੁਖ ਦਾਨਕ ਜੂ। ਫਿਰ ਕਹਿੰਦੇ ਰਟ ਬਾਨ ਭਾਵ ਸਾਰੀ ਧਰਤੀ ਤੇ ਰਟ ਬਾਨ, ਬਾਨ ਨਾਮ ਬਾਣੀ ਦਾ ਹੈ, ਰਟ ਨਾਮ ਰਟਨ ਕਰਨ ਦਾ, ਉਚਾਰਨ ਦਾ ਹੈ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਇਹ ਸਾਰੇ ਸੰਸਾਰ ਦੇ ਉੱਤੇ ਤੁਰ ਫਿਰ ਵਿਚਰ ਕਰਕੇ ਸਾਰੀ ਜਗ੍ਹਾ ਤੇ ਦੇਸ਼ਾਂ ਔਰ ਪ੍ਰਦੇਸ਼ਾਂ ਵਿੱਚ ਰਟਨ ਕਰਦਿਆਂ ਤਾਰਿਆ ਕਿਵੇਂ ਭਾਰ ਨੂੰ? ਗੁਰਬਾਣੀ ਉਚਾਰ ਕੇ। ਕਿਹੜੀ ਗੁਰਬਾਣੀ ਉਚਾਰੀ? ਗੁਰਬਾਣੀ ਹੈ ਕਿ ਇਹ ਕਿਹਾ ਰਟ ਬਾਨ ਮਹਾ ਸੁਖ ਦਾਨਕ ਜੂ, ਜਿਹੜੀ ਮਹਾ ਸੁਖ ਦੇਣ ਵਾਲੀ ਬਾਣੀ ਹੈ ਇਹ ਗੁਰੂ ਸਾਹਿਬ ਜੀ ਨੇ ਉਚਾਰਨ ਕੀਤੀ। ਮਹਾਰਾਜ ਨੇ ਗੁਰਬਾਣੀ ਦੁਆਰਾ ਉਪਦੇਸ਼ ਦਿੱਤਾ। ਉਪਦੇਸ਼ ਸੁਦੇਸ਼ ਵਿਸ਼ੇਸ਼ ਦਇਓ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੇ ਫਿਰ ਭਾਈ ਅਕਾਲ ਪੁਰਖ ਪ੍ਰਮਾਤਮਾ ਦਾ ਜੋ ਨਾਮ ਰੂਪੀ ਸੇ ਸਾਰੇ ਹੀ ਉਪਦੇਸ਼ ਸੁਦੇਸ਼ ਵਿਸ਼ੇਸ਼ ਦਇਓ, ਵਿਸ਼ੇਸ਼ ਕਰਕੇ ਸਾਰੇ ਹੀ ਦੇਸ਼ਾਂ ਵਿੱਚ, ਸਾਰੇ ਹੀ ਜਗ੍ਹਾ ਉੱਤੇ ਦਾਸਾਂ ਦੇ ਜਿੰਨੇ ਵੀ ਭਾਵ ਗੁਰੂ ਸਾਹਿਬ ਨੇ ਜਗਤ ਨੂੰ ਤਾਰਨ ਵਾਸਤੇ ਇਹ ਉਪਦੇਸ਼ ਸਦੇਸ਼ ਬਾਣੀ ਦੁਆਰਾ, ਸਦੇਸ਼ ਤੋਂ ਭਾਵ ਬਹੁਤ ਜ਼ਿਆਦਾ ਸੁੰਦਰ ਵੀ ਕਹਿ ਸਕਦੇ ਆ, ਗੁਰੂ ਸਾਹਿਬ ਨੇ ਵਿਸ਼ੇਸ਼ ਕਰਕੇ ਉਪਦੇਸ਼ ਦਿੱਤਾ, ਭਾਵ ਸਭ ਨੂੰ ਉਪਦੇਸ਼ ਦਿੱਤਾ। ਜੋ ਅਸ਼ੇਸ਼ ਕਲੇਸ਼ ਪ੍ਰਹਾਨਕ ਜੂ, ਔਰ ਇਹ ਕਿਹਾ ਕਿ ਜੋ ਭਾਈ ਸਾਰੇ ਕਲੇਸ਼ਾਂ ਦਾ ਨਾਸ਼ ਕਰਨ ਵਾਲਾ ਹੈ, ਐਸਾ ਉਪਦੇਸ਼ ਦਿੱਤਾ ਮਹਾਰਾਜ ਜੀ ਨੇ। ਜੋ ਸਾਰੇ ਕਲੇਸ਼ 5 ਤਰ੍ਹਾਂ ਦੇ ਨੇ। ਇੱਕ ਅਵਿਦਿਆ ਕਲੇਸ਼ ਕੀ ਹੁੰਦਾ ਕਿ ਅਸਲ ਗੱਲ ਦੀ ਸਮਝ ਹੀ ਨਾ ਆਉਣੀ। ਐਵੇਂ ਕਈਆਂ ਦਾ ਕੰਮ ਹੁੰਦਾ, ਗੱਲ ਨੂੰ ਅਸਲ ਗੱਲ ਸਮਝ ਆਉਣੀ ਨਹੀਂ ਤੇ ਉਹੀ ਕਿਸੇ ਗੱਲ ਤੇ ਝਗੜਾ ਪਾ ਕੇ ਬਹਿ ਜਾਣਾ। ਜਦੋਂ ਫਿਰ ਗੱਲ ਸਮਝ ਆਉਣੀ ਨਹੀਂ ਫਿਰ ਨਿੰਮੋ ਝੂਣੇ ਜੇ ਹੋ ਕੇ ਬਹਿਣਾ। ਉਹ ਕਲੇਸ਼, ਇਹਨੂੰ ਕਹਿੰਦੇ ਨੇ ਅਵਿਦਿਆ। ਇਹ ਵੀ ਕਲੇਸ਼ ਹੈ ਕਿ ਗੱਲ ਕੋਈ ਹੈ ਨਹੀਂ ਸੀ, ਗੱਲ ਉਹੀ ਗਲਤ ਸਮਝ ਗਿਆ ਤੇ ਸੋਚਿਆ ਨਹੀਂ, ਕਰਿਆ ਨਹੀਂ, ਉਸ ਗੱਲ ਤੇ ਝਗੜਾ ਪਾ ਬੈਠਾ ਤੇ ਜਦੋਂ ਗੱਲ ਸਮਝ ਆਈ, ਸਾਹਮਣੇ ਗੱਲ ਤਾਂ ਸਲਾਹਾ ਸੀ, ਫਿਰ ਨਿੰਮੋ ਝੂਣਾ ਹੋਇਆ। ਇਹ ਅਵਿਦਿਆ ਕਲੇਸ਼ ਹੈ। ਤੇ ਦੂਜਾ ਹੁੰਦਾ ਅਸਹਿਮਤਾ ਕਲੇਸ਼। ਉਹ ਹੁੰਦਾ ਜਿਵੇਂ ਕੋਈ ਦੇਈ ਹੈ, ਕਈਆਂ ਨੂੰ ਆਪਣੇ ਸਰੀਰ ਦੀ ਤਾਕਤ ਦਾ ਹੀ ਹੋ ਗਿਆ, ਐਵੇਂ ਕਿਸੇ ਨਾਲ ਪੰਗੇ ਲੈਣਾ, ਮੈਨੂੰ ਕੌਣ ਕੋਈ ਕੁਛ ਕਰ ਲੂ, ਮੇਰਾ ਸਰੀਰ ਬੜਾ ਤਕੜਾ। ਜਾਂ ਕਿਸੇ ਨੂੰ ਧਨ ਦੀ ਹੋਮੇ ਹੋ ਗਈ, ਉਹਦੇ ਨਾਲ ਹੀ ਕਿਸੇ ਨੇ ਐਵੇਂ ਕਲੇਸ਼ ਪਾ ਲੈਣਾ, ਤੇ ਇਹਨੂੰ ਕਹਿੰਦੇ ਨੇ ਅਸਹਿਮਤਾ ਕਲੇਸ਼। ਤੀਜਾ ਹੁੰਦਾ ਹੈ ਰਾਗ ਕਲੇਸ਼। ਰਾਗ ਕਹੀਏ ਜਿਵੇਂ ਪਦਾਰਥਾਂ 'ਚ ਪ੍ਰੇਮ ਹੈ, ਉਸ ਗੱਲ ਤੇ ਕਲੇਸ਼। ਕੋਈ ਪਦਾਰਥ ਹੈ ਜਾਂ ਉਹਦੀ ਰੁਚੀ ਹੋਣੀ ਜਾਂ ਪਦਾਰਥ ਦੀ ਪਕੜ ਵਾਸਤੇ ਕਲੇਸ਼ ਬਣਾ ਕੇ ਬਹਿ ਜਾਣਾ। ਚੌਥਾ ਹੁੰਦਾ ਦਵੈਸ਼। ਕਿਸੇ ਨਾਲ ਵੈਰ ਵਿਰੋਧ ਹੈ, ਉਹ ਮਨ 'ਚੋਂ ਨਹੀਂ ਕੱਢਣਾ, ਉਸੇ ਤਰ੍ਹਾਂ ਹੀ ਦਿਮਾਗ 'ਚ ਰੱਖਣਾ। ਜਦੋਂ ਮੌਕਾ ਮਿਲੇ ਇਹ ਉਹਦੇ ਉਲਟ ਹੋਣਾ ਹੀ ਹੋਣਾ ਤੇ ਉਹ ਸੋਚ ਕੇ ਕਿ ਇਹਦੇ ਨਾਲ ਮੇਰਾ ਵੈਰ ਹੈ। ਇਹ ਹੁੰਦਾ ਹੈ ਭਾਈ ਦਵੈਸ਼ ਕਲੇਸ਼। ਇੱਕ ਹੁੰਦਾ ਅਭਿਨਵੇਸ਼ ਕਲੇਸ਼, ਪੰਜਵਾਂ ਜਿਹੜਾ ਹੈ ਉਹ ਹੈ ਜਿਹੜੇ ਕੰਮ ਨਹੀਂ ਕਰਨ ਯੋਗ ਹਨ, ਉਹ ਵੀ ਜਾਣ ਬੁੱਝ ਕੇ ਹੱਠ ਧਾਰ ਕੇ ਕਰਨੇ ਤੇ ਇਸ ਕਰਕੇ ਉਹਨਾਂ ਨੂੰ ਹੱਠ ਨਾਲ ਕਰਨਾ। ਇਹਨੂੰ ਕਹਿੰਦੇ ਨੇ ਅਭਿਨਵੇਸ਼, ਮੌਤ ਤੋਂ ਡਰਨਾ। ਇਹ ਵੀ ਇੱਕ ਕਲੇਸ਼ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਆਪਣਿਆਂ ਸੇਵਕਾਂ ਦੇ ਸਾਰੇ ਕਲੇਸ਼ਾਂ ਦਾ ਨਾਸ਼ਕ ਗੁਰੂ ਸਾਹਿਬ ਨੇ ਉਹ ਬਾਣੀ ਭਾਈ ਸੁੰਦਰ ਬਾਣੀ ਦੁਆਰਾ ਉਪਦੇਸ਼ ਦਿੱਤਾ, ਜਿਹੜੀ ਬਾਣੀ ਸਾਰੇ ਹੀ ਇਹ 5 ਕਲੇਸ਼ਾਂ ਦਾ ਨਾਸ਼ ਕਰਨ ਵਾਲੀ ਹੈ। ਰਸ ਦੇਹ ਹਰੇ ਜਸ ਨੇਹ ਭਰੇ। ਦੇਹ ਕਹੀਏ, ਦੇਹ ਅਧਿਆਸ, ਰਸ ਨਾਮ ਵਿਸ਼ਿਆਂ ਦਾ ਹੈ, ਜਿਹੜੇ ਵਿਸ਼ਿਆਂ ਦੇ ਰਸ ਹੁੰਦੇ ਆ। ਤੇ ਦੇਹ ਹਰੇ, ਦੇਹ ਅਧਿਆਸ ਨਾਸ਼ ਕਰਕੇ ਗੁਰੂ ਨਾਨਕ ਦੇ ਪਾਤਸ਼ਾਹ ਨੇ ਆਪਣਿਆਂ ਸੇਵਕਾਂ ਦੇ ਵਿਸ਼ੇ ਰਸ ਨੂੰ ਵੀ ਤੇ ਜਿਹੜਾ ਦੇਹ ਅਧਿਆਸ ਹੈ, ਦੇਹੀ ਵਿੱਚ ਹੀ ਸੁਰਤ ਖੁੱਬੀ ਰਹਿਣੀ, ਇਹਨੂੰ ਨਾਸ਼ ਕਰਕੇ ਜਸ ਨੇਹ ਭਰੇ। ਪਰਮਾਤਮਾ ਦਾ ਜਸ ਕਰਨਾ, ਪਰਮੇਸ਼ਰ ਨਾਲ ਪ੍ਰੇਮ ਭਰ ਦਿੱਤਾ ਆਪਣਿਆਂ
ਦਾਸਾਂ ਦੇ ਹਿਰਦੇ ਵਿੱਚ ਗੁਰੂ ਸਾਹਿਬ ਨੇ ਇਉਂ ਫਿਰ ਤੁਰ ਕੇ ਇਉਂ ਭਾਰ ਉਤਾਰਿਆ ਹੈ। ਦਾਸ ਦੇਹ ਧਰੇ ਗੁਰੂ ਨਾਨਕ ਜੂ। ਤੈਸੇ ਭਾਈ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜਗਤ ਨੂੰ ਤਾਰਨ ਵਾਸਤੇ ਫਿਰ ਆਪਣੇ 10 ਸਰੂਪ ਧਾਰਨ ਕੀਤੇ, 10 ਜਾਮੇ ਸਰੀਰ ਰੂਪ ਵਿੱਚ ਧਾਰਨ ਕੀਤੇ। ਵਾਹਿਗੁਰੂ ਆਪ ਹੀ ਗੁਰੂ ਨਾਨਕ ਦੇ ਮਹਾਰਾਜ ਰੂਪ ਹੋ ਕੇ ਜਗਤ ਤੇ ਆਏ। ਇਸ ਤਰ੍ਹਾਂ ਪਾਪਾਂ ਦਾ ਭਾਰ ਉਤਾਰਨ ਕਰਨ ਵਾਸਤੇ ਜੋਤ ਉਹ ਜੁਗਤ ਸਾਏ, ਸਹਿ ਕਾਇਆ ਫੇਰ ਪਲਟੀਐ। ਜਗਤ ਜਲੰਦੇ ਨੂੰ ਠੰਡ ਵਰਤਾਈ, 10 ਜਾਮੇ ਗੁਰੂ ਸਾਹਿਬ ਜੀ ਨੇ ਧਾਰੇ। ਇੱਥੇ ਤੱਕ ਹੀ ਮੰਗਲ ਸਾਰਾ ਮੁੱਖ ਰੂਪ ਵਿੱਚ ਕਰਕੇ ਫਿਰ ਅੱਗੇ ਕੱਲੇ ਕੱਲੇ ਗੁਰੂ ਸਾਹਿਬਾਨ ਦਾ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਤੋਂ ਲੈ ਕੇ ਮੰਗਲ ਕਰਨਗੇ। ਹੁਣ ਟਾਈਮ ਵੀ ਹੋ ਗਿਆ ਸਮਾਪਤੀ ਦਾ, ਤਾਂ ਆਓ ਹੁਣ ਇੱਥੇ ਹੀ ਆਪਾਂ ਸਮਾਪਤੀ ਕਰਦੇ ਆਂ। ਭੁੱਲ ਚੁੱਕ ਦੀ ਖਿਮਾ, ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।